मोबाइल फोन ने अपनी बेनती करा वो अपने मोबाइल फोन स्विच ऑफ कर लेना सत्संग तो बाद चालू कर लेना उन्होंने कहे कि आपने सत्संग वाले सब करिए यार है ही ये करंट है ही आहो इत्थे ला हट नहीं इत्थे ला इत्थे नहीं इत्थे 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 तेनू नहीं लगता मैनू लगता है यदि कदी माफी है एक लीडर नू चमकिया ही लीडर बेचारा तकरीर कर लगा इदा बाहवां पिछे बन्निए तो कहता भैनों भाईओ मातो बजुर्गो इसलिए बजुर्गो गया तो जिसले स्पीकर सारा कर लगा तो पता ही है करंट कहता थोड़ी मां दी होई सारे गाल कड्डी है करंट पई है कहता थोड़ी मां दी होई सारे पहले बजुर्ग बुजुर्ग कह पढ़ो बाणी श्री गुरु ग्रंथ साहिब जी श्लोक महला चौथा। जो निंदा करे सतगुर पूरे की सो औखा जग में होया। जो निंदा करे सतगुर पूरे की सो औखा जग में होया। ये बाणी महाराज चौथी पातशाही श्री गुरु रामदास जी दी है। संतां दे विच यही बड़ी तारीफ होंदी है, वो किसी का नाम नहीं लेंदे, जो कुछ भी कहणगे मुश्तरका कहणगे। कई बार अगे भी दस्या है कि महाराज पंजवीं पातशाही दे वक्त पाठ कीर्तन करते होंदे सी। उन्हां दी लड़की दी शादी सी ते गुरु साहब दे पास आए कि सानू माया की जरूरत है। महाराज पंजवीं पातशाही दे वक्त उन्होंने कहा कोई गल नहीं, तुहाडा काम हो जाएगा। कहने लगे नहीं, तुसी अज की सेवा सानू दिओ सारी। गुरु साहब जी कहने लगे कोई गल नहीं, तुसी काम ही करना अपना, तुहाडा काम हो जाएगा। नहीं जी, अज की सेवा दिओ। कुदरत की मर्जी, उस दिन कोई आया ही नहीं, सेवा हुई ही नहीं। जदों सेवा कोई नहीं हुई, दिल च भाव ठालिया कि सतगुर ने किसी को आउण ही नहीं दिता, सेवा होने ही नहीं देती। निंदक बन गए, घर जाके बह रहे। कीर्तन का समा सी, कीर्तन करने वास्ते आए नहीं। गुरु साहब ने प्रेमी बंदे भेजे कि जाओ भट्टां नूं बुला के लियाओ, आके कीर्तन करन। पर जदों बंदे नूं गुस्सा आया होवे, उन्होंने कोई भी सुझदा नहीं हैगा। जिहड़ा भी जावे कोई उन्होंने जवाब उल्टा फुलटा देण। आखिर संतां विच इन्नी निवरता देखो। आप गुरु साहब जी गए, उन्होंने दरवाजे ही नहीं खोले, मंजियां तो नहीं उठे, कोई नमस्कार नहीं की, मुँह मोड़ ले। गुरु साहब ने फिर कहा कि हुण जिहड़ा भट्टां दी सिफारिश लैके आएगा, काला मूँह और जुत्तियां दा हार पाएगा तो वह आएगा सिफारिश लैके।
ਕੋੜ ਪੈ ਗਿਆ। ਹੈ ਤੇ ਮਰਾਸ਼ੀ ਸਨ। ਸਤਿਗੁਰਾਂ ਦੇ ਦਰਬਾਰ ਵਿੱਚ ਉਹਨਾਂ ਦਾ ਆਦਰ ਮਾਣ ਸੀ ਔਰ ਜੋ ਵੀ ਖਾਣਾ ਪੀਣਾ ਉੱਥੇ ਖਾਂਦੇ ਪੀਂਦੇ ਸਨ। ਫਿਰ ਕੋਈ ਬਾਤ ਨਾ ਪੁੱਛੇ, ਕੋਈ ਵੀ ਬਾਤ ਨਾ ਪੁੱਛੇ, ਨਾ ਪੱਲੇ ਕੋਈ ਧਨ ਪਦਾਰਥ ਸੀ। ਕੁਸ਼ਟ ਪੈਣਾ ਸ਼ੁਰੂ ਹੋ ਗਿਆ, ਰੋਣ ਪਿੱਟਣ। ਹੁਣ ਕੌਣ ਜੁੱਤੀਆਂ ਦਾ ਹਾਰ ਗਲ ਪਾਵੇ ਤੇ ਮੂੰਹ ਕਾਲਾ ਕਰੇ ਕਿਸੇ ਵਾਸਤੇ। ਇਹ ਭਾਈ ਲੱਧਾ ਕੁਦਰਤੀ ਉਹਨਾਂ ਦੇ ਘਰ ਗਿਆ, ਪੁੱਛਿਆ ਕੀ ਗੱਲ ਹੋਈ ਹੈ। ਉਹਨਾਂ ਸਾਰੀ ਕਹਾਣੀ ਦੱਸੀ ਵੀ ਅਸੀਂ ਸਤਿਗੁਰ 'ਤੇ ਭਾਵ ਠਾਲਿਆ ਹੈ, ਸਾਨੂੰ ਬਹੁਤ ਸਾਰੇ ਬੁਲਾਉਣ ਵਾਸਤੇ ਆਏ ਲੇਕਿਨ ਅਸੀਂ ਗਏ ਨਹੀਂ। ਸਤਿਗੁਰ ਵੀ ਆਏ, ਅਸੀਂ ਉਹਨਾਂ ਦੇ ਸਾਹਮਣੇ ਨਹੀਂ ਹੋਏ। ਹੁਣ ਸਤਿਗੁਰ ਕਹਿ ਗਿਆ ਕਿ ਕਾਲਾ ਮੂੰਹ ਕੀਤਾ ਜਾਏਗਾ ਔਰ ਜੁੱਤੀਆਂ ਦਾ ਹਾਰ ਪਾਇਆ ਜਾਏਗਾ, ਜਿਹੜਾ ਇਹਨਾਂ ਦੀ ਸਿਫਾਰਿਸ਼ ਲੈ ਕੇ ਆਏਗਾ। ਇਹ ਗੁਰਮੁਖੀ ਹੀ ਕੋਈ ਕੰਮ ਕਰ ਸਕਦਾ ਹੈ, ਆਮ ਦੁਨੀਆਦਾਰ ਬੰਦਾ ਨਹੀਂ ਕਰ ਸਕਦਾ। ਭਾਈ ਲਾਦੇ ਨੇ ਕਿਹਾ ਚਲੋ ਜੇ ਸਤਿਗੁਰ ਇਸ ਗੱਲ ਨਾਲ ਖੁਸ਼ ਹੋ ਜਾਣ ਤੇ ਤੁਹਾਡੀ ਕਲਿਆਣ ਹੋ ਜਾਏ ਤੇ ਮੈਂ ਇਹ ਕੰਮ ਕਰ ਦੇਣਾ। ਕਾਲਾ ਮੂੰਹ ਕਰ ਲਿਆ, ਜੁੱਤੀਆਂ ਦਾ ਹਾਰ ਪਾ ਲਿਆ। ਤੀਜਾ ਨੰਬਰ ਇੱਕ ਗਧਾ ਲੈ ਕੇ ਉਹਦੇ ਉੱਤੇ ਚੜ੍ਹੇ, ਪੂਛ ਵੱਲ ਮੂੰਹ ਕਰ ਲਿਆ, ਮੂੰਹ ਵੱਲ ਪਿੱਠ ਕਰ ਲਈ। ਪਿੱਛੇ ਨਿਆਣੇ ਸਿਆਣੇ ਰੌਲਾ ਪਾਉਂਦੇ ਆਉਣ, ਕੋਤਲ ਜਿਹਾ ਬਣਿਆ ਡਿਜ਼ਾਈਨ ਜਿਹਾ ਉੱਤੇ। ਗੁਰੂ ਸਾਹਿਬ ਦੇ ਪੁੱਛਿਆ ਵੀ ਰੌਲਾ ਕਾਹਦਾ ਹੈ। ਕਿਸੇ ਨੇ ਕਿਹਾ ਜੀ ਭੱਟਾਂ ਦੀ ਸਿਫਾਰਿਸ਼ ਲੈ ਕੇ ਭਾਈ ਲੱਧਾ ਆ ਰਿਹਾ। ਤੇ ਕਿਉਂ ਇਹਦਾ ਰੌਲਾ ਕਿਉਂ ਹੈ ਜੀ? ਤੁਹਾਡੀ ਸ਼ਰਤ ਜਿਹੜੀ ਹੈ ਜੋ ਤੁਸੀਂ ਦੱਸਿਆ ਉਹ ਵੀ ਉਹਨਾਂ ਪੂਰੀ ਕੀਤੀ ਹੈ। ਤੀਸਰਾ ਨੰਬਰ ਹੋਰ ਉਹਨੇ ਇੱਕ ਗਧਾ ਲੈ ਕੇ ਤੇ ਗਧੇ ਦੇ ਮੂੰਹ ਵੱਲ ਪਿੱਠ ਕੀਤੀ ਹੈ ਤੇ ਪੂਛ ਵੱਲ ਉਹਨੇ ਮੂੰਹ ਕੀਤਾ ਹੈਗਾ ਤੇ ਲੋਕ ਹੀ ਰੌਲਾ ਪਾਉਂਦੇ ਆਉਂਦੇ। ਗੁਰੂ ਸਾਹਿਬ ਜੀ ਉੱਠੇ ਤੇ ਕਹਿਣ ਲੱਗੇ ਜਾਓ ਕਹੋ ਉਹਨੂੰ ਥੱਲੇ ਉਤਰ ਜਾ। ਨਹਾਲਿਆ ਧੋਲਿਆ, ਕਹਿਣ ਲੱਗੇ ਮਹਾਰਾਜ ਮਾਫੀ ਦਿਓ ਜੀ, ਭੁੱਲਣਹਾਰ ਹੈ, ਦਇਆ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਜਿਸ ਤਰ੍ਹਾਂ ਇਹਨਾਂ ਨੇ ਨਿੰਦਿਆ ਕੀਤੀ ਹੈ ਪਹਿਲੀ ਪਾਤਸ਼ਾਹ ਤੋਂ ਲੈ ਕੇ ਪੰਜਵੀਂ ਤੱਕ, ਇਸੇ ਤਰ੍ਹਾਂ ਪਿੱਛੋਂ ਤੋਂ ਸ਼ੁਰੂ ਹੋਣ ਤੇ ਸ਼ੋਭਾ ਕਰਨਾ ਸ਼ੁਰੂ ਕਰਨ, ਤਾਰੀਫ ਕਰਨਾ ਸ਼ੁਰੂ ਕਰ ਦੇਣ ਤੇ ਹੌਲੀ ਹੌਲੀ ਫਿਰ ਇਹਨਾਂ ਦਾ ਕੁਸ਼ਟ ਜਾਏਗਾ। ਇੱਦਾਂ ਨਹੀਂ ਜਾਣ ਲੱਗਾ, ਇਸ ਤਰ੍ਹਾਂ ਇਹਨਾਂ ਦਾ ਕੁਸ਼ਟ ਨਹੀਂ ਜਾਣ ਲੱਗਾ। ਇਹ ਜਿਸ ਤਰ੍ਹਾਂ ਇਹਨਾਂ ਨਿੰਦਿਆ ਕੀਤੀ ਹੈ ਇਸੇ ਤਰ੍ਹਾਂ ਉਸਤਤ ਕਰਨ। ਆਸਤੇ ਆਸਤੇ ਉਹਨਾਂ ਨੇ ਤਾਰੀਫ ਕਰਨਾ ਸ਼ੁਰੂ ਕਰ ਦਿੱਤੀ। ਫਿਰ ਉਹਨਾਂ ਦਾ ਕੋੜ ਗਿਆ। ਬਾਣੀ ਵਿੱਚ ਜੋ ਕੁਝ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਕਿਉਂਕਿ ਸੰਤ ਸਾਨੂੰ ਬਚਾਉਂਦੇ ਹੈ, ਸਾਨੂੰ ਹਰ ਥਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੈ। ਦੇਖੀ ਕਿਤੇ ਪੁਰਸ਼ਾ ਐਸਾ ਨਾ ਬਣ ਜਾਏ, ਕਿਤੇ ਨਿੰਦਕ ਨਾ ਬਣ ਜਾਏ, ਕਿਤੇ ਤੈਨੂੰ ਸਜ਼ਾ ਨਾ ਪਾਉਣਾ ਪਵੇ। ਕਿਸੇ ਬੰਦੇ ਦਾ ਨਾਂ ਨਹੀਂ ਲੈ ਰਹੇ, ਕਿਸੇ ਔਰਤ ਦਾ ਨਾਂ ਨਹੀਂ ਲੈ ਰਹੇ। ਜੋ ਦੱਸਿਆ ਹੈ, ਜੋ ਉਹਦੇ ਵਿੱਚ ਕੋਈ ਵੀ ਹੋ ਸਕਦਾ ਹੈ, ਪੁਰਸ਼ ਵੀ ਹੋ ਸਕਦਾ ਹੈ, ਇਸਤਰੀ ਵੀ ਹੋ ਸਕਦੀ ਹੈ। ਕੀ ਪਤਾ ਕੌਣ ਹੈ ਤੇ ਕੌਣ ਨਹੀਂ। ਲੇਕਿਨ ਗੁਰੂ ਸਾਹਿਬ ਜੀ ਫਰਮਾ ਰਹੇ ਹੋ ਜਗਤ ਵਿੱਚ ਔਖਾ ਹੋਏਗਾ, ਕੋਈ ਉਹਦੀ ਬਾਤ ਨਹੀਂ ਪੁੱਛੇਗਾ, ਦੁੱਖਾਂ ਦੇ ਦੁੱਖ ਆਉਣਾ ਸ਼ੁਰੂ ਹੋ ਜਾਣਗੇ। ਹਾਂਜੀ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ। ਨਰਕ ਘੋਰ ਦੁੱਖ ਖੂ ਹੈ, ਉਥੇ ਪਕੜਿਓ ਢੋਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਨਰਕ ਕੋਰ
ਖੂਹ ਵਰਗੇ ਰਤ ਪਾਕ ਨਾਲ ਭਰੇ, ਉੱਥੇ ਜਾ ਕੇ ਇਹੋ ਜਿਹੇ ਜੀਵ ਨੂੰ ਸੁੱਟਦੇ। ਉੱਥੇ ਫਿਰ ਔਖਾ ਹੁੰਦਾ ਹੈ, ਰੋਂਦਾ ਹੈ, ਪਿੱਟਦਾ ਹੈ। ਕੌਣ ਬਾਤ ਪੁੱਛੇਗਾ? ਜਿਨ੍ਹਾਂ ਪਿੱਛੇ ਕਰਦਾ ਹੈ ਉਹ ਸਾਰੇ ਇੱਥੇ ਰਹਿ ਜਾਂਦੇ ਹੈ। ਉਹ ਕੋਈ ਵੀ ਮਦਦਗਾਰ ਨਹੀਂ ਬਣਦਾ। ਉੱਥੇ ਕੌਣ ਮਦਦਗਾਰ ਬਣੇਗਾ? ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਸਾਨੂੰ ਬੜੇ ਤਰੀਕੇ ਨਾਲ ਸਮਝਾ ਰਹੇ ਹੈ ਕਿ ਭਾਈ ਦੇਖੇ ਕਿਤੇ ਐਸਾ ਕਰਮ ਨਾ ਕਰਵੋ ਜਿਹੜਾ ਤੁਹਾਨੂੰ ਭੁਗਤਣਾ ਪਵੇ। ਹਾਂਜੀ। ਨਰਕ ਘੋਰ ਦੁਖ ਖੂਹ ਹੈ, ਉਥੇ ਪਕੜਿਓ ਢੋਇਆ। ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਕੋਈ ਉੱਥੇ ਕੂਕ ਫਰਿਆਦ ਨਹੀਂ ਸੁਣੇਗਾ। ਔਖਾ ਹੋਏਗਾ, ਰੋਏਗਾ, ਪਿੱਟੇਗਾ। ਕੌਣ ਫਰਿਆਦ ਸੁਣੇਗਾ? ਕੌਣ ਕਿਸੇ ਦਾ ਕਰਮ ਭੁਗਤਦਾ ਹੈ? ਇੱਥੇ ਆਪਣੇ ਆਪਣੇ ਨਹੀਂ ਮੁੱਕਦੇ, ਦੂਸਰੇ ਦਾ ਕੌਣ ਭੁਗਤੇਗਾ? ਕੌਣ ਕਿਸੇ ਦੇ ਥੱਲੇ ਜਾ ਕੇ ਉਹਦੇ ਕਰਮ ਦਾ ਹਾਮੀ ਬਣੇਗਾ? ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ। ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਉਹ ਨਾ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਗੁਰੂ ਸਾਹਿਬ ਜੀ ਉਹਨਾਂ ਪੁਰਸ਼ਾਂ ਦੇ ਬਾਰੇ ਸਮਝਾ ਰਹੇ ਹੈ। ਉਹਨਾਂ ਦਾ ਨਾ ਇੱਥੇ ਕੁਝ ਬਣਿਆ, ਨਾ ਅੱਗੇ ਬਣਿਆ। ਦੋਵੇਂ ਜਗ੍ਹਾ ਮੁੱਕ ਗਈਆਂ। ਨਾ ਇੱਥੇ ਕੋਈ ਆਦਰ ਮਾਣ ਹੈ, ਨਾ ਦਰਗਾਹ ਵਿੱਚ ਹੈ। ਜੇ ਆਏ ਤੇ ਚਲਾ ਗਏ। 84 ਦੇ ਚੱਕਰ ਵਿੱਚੋਂ ਆਏ, ਮਨੁੱਖਾ ਜਨਮ ਮਿਲਿਆ। ਅਸੀਂ ਇੱਥੇ ਲਾਹ ਲੈਣਾ ਸੀ, ਅਸੀਂ ਮੂਲ ਵੀ ਗਵਾ ਕੇ ਚੱਲੇ ਹਾਂ। ਲਾਹ ਕੀ ਲੈਣਾ ਸੀ? ਅਸੀਂ ਮਨੁੱਖਾ ਜਨਮ ਦਾ ਫਾਇਦਾ ਇਹ ਲੈਣਾ ਸੀ ਕਿ ਭਜਨ ਸਿਮਰਨ ਕਰਕੇ, ਸਾਧ ਸੰਗਤ ਦੀ ਸੇਵਾ ਕਰਕੇ ਅਸੀਂ ਆਪਣੀ ਮੁਕਤੀ ਕਰਾਉਣੀ ਸੀ। 84 ਦੇ ਚੱਕਰ ਵਿੱਚੋਂ ਨਿਕਲਣਾ ਸੀ। ਲੇਕਿਨ ਇਹ ਲਾਹ ਲੈਂਦਾ ਲੈਂਦਾ ਮੂਲ ਵੀ ਗਵਾ ਗਿਆ। ਪੱਠੇ ਦੀ ਖੋਤੀ ਪੱਠੇ 'ਤੇ ਜਾ ਖਲੋਤੀ। ਹਜ਼ੂਰ ਕਈ ਵਾਰ ਇੱਕ ਕੈਦੀ ਦੀ ਸਾਖੀ ਸੁਣਾਉਂਦੇ ਹੁੰਦੇ ਸੀ। ਕੋਈ ਕੈਦੀ ਦੀ ਕੈਦ ਪੂਰੀ ਹੋਈ, ਜਦੋਂ ਉਸ ਨੂੰ ਛੁੱਟੀ ਮਿਲੀ, ਉਸ ਨੇ ਆਪਣੇ ਦਰੋਹੀ ਨੇ ਕਿਹਾ ਕਿ ਮੇਰਾ ਬੋਰੀ ਬਿਸਤਰਾ ਤੁਸੀਂ ਇਕੱਠਾ ਨਹੀਂ ਕਰਨਾ। ਉਹਨਾਂ ਪੁੱਛਿਆ ਕਿਉਂ, ਕੀ ਗੱਲ? ਕਹਿੰਦਾ ਕਿ ਮੈਂ ਫਿਰ ਇਹੋ ਹੀ ਕੰਮ ਕਰਨਾ, ਫਿਰ ਮੁੜ ਕੇ ਇੱਥੇ ਹੀ ਆਉਣਾ ਹੈਗਾ। ਸੋ ਸਾਡੀ ਹਾਲਤ ਹੈ, ਅਸੀਂ ਸਭ ਜੂਨਾ ਭੁਗਤ ਕੇ ਮਨੁੱਖਾ ਜਨਮ ਵਿੱਚ ਆਏ। ਬਹੁਤ ਸਾਰੇ ਅਸੀਂ ਦੁੱਖ ਪਾਏ ਹੈ। ਇਹ ਜਿਨ੍ਹਾਂ ਰਿਸ਼ੀਆਂ ਮੁਨੀਆਂ ਨੂੰ ਪਤਾ ਹੈ, ਉਹਨਾਂ ਬਾਣੀਆਂ 'ਚ ਲਿਖਿਆ ਹੈ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਸ੍ਰੀ ਸੁਖਦੇਵ ਜੀ ਰਿਸ਼ੀ ਵੇਦ ਵਿਆਸ ਦੇ ਲੜਕੇ ਹੋਏ। ਉਹਨਾਂ ਨੂੰ ਆਪਣੇ 105 ਜਨਮ ਦੀ ਖਬਰ ਸੀ, ਜਿਹੜੇ 84 ਵਿੱਚ ਭੁਗਤੇ ਹੈ। ਉਹ ਵੀ ਕਿਸ ਤਰ੍ਹਾਂ ਹੋਈ? ਇੱਕ ਵਾਰ ਸ਼ਿਵ ਜੀ ਤੇ ਪਾਰਵਤੀ ਇੱਕ ਜੰਗਲ ਵਿੱਚ ਬੈਠੇ ਸਨ ਤੇ ਸ਼ਿਵ ਜੀ ਮਹਾਰਾਜ ਪਾਰਵਤੀ ਨੂੰ ਅੰਮ੍ਰਿਤ ਕਥਾ ਸੁਣਾਉਣਾ ਸ਼ੁਰੂ ਕਰ ਦਿੱਤੀ। ਪਾਰਵਤੀ ਨੇ ਇੱਕ ਦੋ ਲਫ਼ਜ਼ ਸੁਣਿਆ ਤੇ ਸੌਂ ਗਈ। ਉਸ ਦਰਖਤ ਦੇ ਖੋੜ ਦੇ ਵਿੱਚ ਇੱਕ ਤੋਤਾ ਸੀ, ਉਹ ਹੰਗੂਰਾ ਭਰਦਾ ਰਿਹਾ।
ਜਦੋਂ ਕਥਾ ਸਮਾਪਤ ਕੀਤੀ ਦੇਖਿਆ ਤੇ ਪਾਰਵਤੀ ਸੁੱਤੀ ਸੀ। ਸੋਚਿਆ ਕਿ ਮੇਰੀ ਕਥਾ ਕਿਸ ਨੇ ਸੁਣੀ ਹੈ। ਜਦੋਂ ਦੇਖਿਆ ਉਹ ਤੋਤਾ ਨਜ਼ਰ ਆਇਆ। ਤੋਤੇ ਦੇ ਮਗਰ ਹੋ ਗਿਆ ਕਿ ਇਹਨੂੰ ਮਾਰ ਦਈਏ। ਅੱਗੇ ਅੱਗੇ ਤੋਤਾ ਉੱਡ ਪਿਆ, ਪਿੱਛੇ शिव जी महाराज। ਤੋਤੇ ਨੇ ਜਦੋਂ ਦੇਖਿਆ ਕਿ ਮੇਰਾ ਖਹਿੜਾ ਨਹੀਂ ਛੱਡਦਾ, ਉਸਨੇ वेद व्यास ऋषि ਦੀ औरत ਜਿਹੜੀ ਸੀ ਉਹਦੇ ਗਰਭ ਵਿੱਚ ਸਮਾ ਗਿਆ। शिव जी महाराज जी बाहर बैठे रहे। 12 साल गुजर गए। नारद मुनि आया, पूछया बाबा जी तुसी इत्थे क्यों बैठे हो। उसने अपनी सारी कहानी दसी कि मेरी कथा तोते ने सुन ली है और इस औरत के गर्भ भी समाया है, कोई भी पैदाइश होएगी मैं उसनों मार देना। नारद मुनि ने कहा बाबा जी तुसी इन्नी कोशिश कर रहे हो, तुहाडी कथा विच की शक्ति है। कहते जिहड़ा मेरी कथा सुनदा अमर हो जाता है। बाबा जी जे अमर हो जाता तो तुसी उन्होंने मार भी किदां सकदे हो। तुहानूं ये नहीं सोच आई जिहड़ा एक अमर हो गया तुसी किदां मारोगे उन्होंने। जाओ किते काम करो। 12 साल के बाद उस लड़के ने जन्म लिया जिसका नाम श्री सुखदेव जी रखा गया। छोटी उम्र दे विच ही घरों निकल के तुर पिया। पिछे पिछे ऋषि वेद व्यास भी। जदों पिछे देखिया पिताजी तुसी मेरे पिछे क्यों आ रहे हो। कहने लगे बेटा असी ये सोचते ही कि साढ़े घर कोई औलाद होएगी, साड़ी कोई सेवा करेगी, पर तू छोटी उम्र में ही सानू छड्ड के तुर चले। श्री सुखदेव जी ने कहा पिताजी मैनू 105 जन्म की खबर हो चुकी है, जेड़े 84 दे विच मैं दुख भुगते है। 5 जन्मां दा तुहानू मैं हवाला दसदा हाँ, 100 का तुसी अंदाजा ला लेना। पिताजी एक जन्म मेरा कुत्ते का आ गया। मैं किसी मैदान में सहब सभा लेटिया सी, किसी राही जाते ने मेरे सिर च लाठी मार दी, मेरा सिर पट गया, मेरे सिर च कीड़े पै गए। पिताजी जिस घर मैं जावा वो अगे ही लाठी लैके तैयार हो गए। एक शरीर का दुख, एक पेट की भुख। बहुत मैं वो जन्म दुखों का भुगतिया। दूसरा जन्म मेरा एक घोड़े का आ गया। घोड़ा मराशिया ने खरीद लिया, तो मराशी मीरजादे होंदे पट्ठे पुट्ठे किसे पाने नहीं, मैनू लगाम चाड़नी तो दबाड़ते रहना। वो भी जन्म मेरा बहुत औखा भुगते। तीसरा जन्म एक मैं गधे का आ गया। वो गधा जिहड़ा सी धोबीए ने खरीद लिया, तो धोबी कपड़े की पंड पावे तो घाट ते चला जाए, घाटों घर आ जाए। छोटा जिहा एक नाला वगदा सी रस्ते विच, बदल आउण कारण उहदे विच झेलण आ गई। पिताजी मैं खुब गया उहदे विच। मेरे मालक ने मैनू बहुत मारिया, एक लत्त मेरी टुट गई। मैनू देखिया बेकार, कपड़े लैके चला गया। मैं उत्थे ही खुबा रहा। मेरा एक टापू बन गया, जिहड़ा भी लंघे मेरे ते पैर रख के लंघ जाए। पिताजी एक शरीर दे दुख, एक पेट का भुख। ये फरीद साहब ने भी बाणी च फरमाया है, फरीदा मौतों भुख बुरी, राती सुते खा के दिने फेर खड़ी। मौत एक बार होंदी है, भुख बारों बार सताउंदी है। पिताजी वो भी जन्म मेरा बहुत औखा भुगते। चौथा जन्म
एक छोटा जिहा कीड़ा हुंदा पिस्सू, ਉਹਦਾ मैं आ गया। गर्मियां के दिन सी, मैं एक औरत के कपड़िਆਂ 'ਚ ਵੜ ਗਿਆ। वो अपने पति ਨੂੰ रोटी लैके बाहर जा रही सी। मैं अपने सुभाव के मुताबिक उन्होंने दंदी वड्डी, उसने खुरकिया तो पोटे चढ़ गया। पिता जी वो मैनू मली जाए, ना छड्डे ना मारे। एक बरेती आई अग वर्गी तपी हुई सी, ਉਹਦੇ ਵਿੱਚ मैनू सुट दिता और धाना की तरह मैं पुज गया ਉਹਦੇ ਵਿੱਚ। पिता जी वो भी जन्म बहुत औखा है। पंजवां जन्म मेरा बिल्ली दे घर आ गया। जदों मैं पैदा होवां, बाहरला बिल्ला आवे मेरा गला घोटे ते मार देवे। पिता जी ये 5 जन्म तुसी देख लो, मैं 84 दे विच किस तरह दुख पाया और 100 का भी अंदाज़ा ला लो। जिन्हां ऋषियां मुनियां फकीरां ने देखिया सब कुछ, वो बाणी च लिखते है। वो साढ़े वास्ते एक भाई देखियो किते ऐस रस्ते ना पै जाए। ये रस्ता बहुत माड़ा है, इत्थे बहुत दुख ने, लेकिन असी संतां दी बाणी अपने कन्नां 'च नहीं पैण दिंदे, उस पासे असी चलते नहीं। संत सानू बचाउंदे है, वो इसे वास्ते बाणी च लिखते है सानू कोई डर पै आ जाए, दुखों को डरिए। स्वामी जी महाराज जिस तरह बाणी जी फरमाया, मौत से डरते रहो दिन रात। ऐ इंसान तू मौत से दिन रात डरता रहो। की पता है तेरी कोई गिनती हैगी है, कोई लिखत पढ़त हैगी है तेरी। हर चीज़ की लिखत पढ़त है, इंसान की कोई लिखत पढ़त नहीं। महाराज नौवीं पातशाही अपनी बाणी 'च फरमाया है, चेतना है तो चेत ले निस दिन प्राणी, दिन दिन औद बिहाद है ज्यों फुटे घट पानी। देखो संतां दी बाणी सानू किस तरह समझाउंदी है। जिस तरह किसी घड़े नूं फुट हुंदा है, पानी दा भरिया हुंदा, आस्ते 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 उहदे विचों पानी निकल जाता है, घड़ा इसे तरह पिया रहिंदा। इसे तरह साडे विच जिहड़ी सुआसां दी पूंजी है, आस्ते आस्ते मुक रही है, ये जा रही है। उस घड़े की तरह असी खाली होकर बह जाते हैं। गुरु साहब जी नौवीं पातशाही फरमा रहे है, चेतना है तो चेत ले निस दिन प्राणी, दिन दिन औद बिहाद है फुलटे घट ज्यों पानी। दिनों दिन तेरे दिन जेड़े मुक रहे है, ये बध नहीं रहे, ये घट रहे है तेरी उम्र चों। तू उस मालिक का नाम चेत, ईश्वर की भगती कर, नेक पाक काम कर। महाराज चौथी पातशाही सानू बाणी द्वारे देखो समझा रहे है। एक निंदक के बारे फरमा रहे है कि निंदक नूं कितनी सज़ा मिलती। असी बड़ा स्वाद लाते हाँ एक दूसरे की निंदा करके। कई कहते असी किहड़े करते असी सुनते सी, लेकिन हजूर फरमाते होंदे है कि सुनने वाला और करने वाला एको जिहा हुंदा। सुनने वाला और करने वाला एको जिहा हुंदा। अगर ना सुने तो करने वाला कर नहीं सकता। उन्होंने पहले ही कह दे भी पहले लफ्ज़ विच ही कि मैं तेरी गल नहीं सुननी, तो करने वाला कर नहीं सकता, बच जाते दोवें। जदों असी स्वाद लाउंदे हाँ फिर असी फस जाते हैं, असी भी हिस्सेदार बन जाते हैं। फिर इस वास्ते गुरु साहब जी बाणी च फरमा रहे है कि भाई तुसी बचन का तरीका सोचो, किस तरह असी बचना है। इन्हां गल्लां तो असी बचन का किस तरह असी बच सकते हैं, वो संत महापुरख सानू समझाउंदे है कि किस तरह तुसी बच सकते हो। हाँ जी। ओ ना हलत पलत सब गवाया, लाहा मूल सब खोया।
ਉਹ ਤੇਲੀ ਸੰਦਾ ਬਲਦ ਕਰ ਨਿਤ ਪਲ ਕੇ ਉਠ ਪ੍ਰਭ ਜੋਇਆ। ਇਹ ਪੁਰਾਣੇ ਬੰਦਿਆਂ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਮੁਸਲਮਾਨ ਤੇਲੀ ਜਦੋਂ ਹੁੰਦੇ ਸੀ ਤਾਂ ਇੱਕ ਮਕਾਨ ਉਹਨਾਂ ਨੇ ਐਸਾ ਬਣਾਇਆ ਹੁੰਦਾ ਸੀ ਜਿਹਦੇ 'ਚ ਕੋਲੂ ਲਾਇਆ ਹੁੰਦਾ ਸੀ ਔਰ ਇੱਕੋ ਰਾਹ ਹੁੰਦਾ ਸੀ ਉਸ ਪਸ਼ੂ ਦੇ ਜਾਣ ਦਾ ਔਰ ਇੱਕੋ ਹੀ ਰਾਹ ਆਉਣ ਹੁੰਦਾ ਸੀ। ਜਦੋਂ ਵੀ ਉਸ ਪਸ਼ੂ ਨੂੰ ਉਸ ਕੋਲੋਂ ਜੋੜਦਾ ਸੀ ਸਾਰੀ ਰਾਤ ਤੁਰਦਾ ਰਹਿੰਦਾ ਸੀ। ਜਦੋਂ ਖੜਾ ਕਰਦਾ ਸੀ ਉਸੇ ਰਸਤੇ 'ਤੇ ਆ ਕੇ ਖੜਾ ਕਰਦਾ ਸੀ। ਫਿਰ ਉਹ ਪਸ਼ੂ ਸੋਚਦਾ ਹੈ ਮੈਂ ਇੱਥੋਂ ਹੀ ਤੁਰਿਆ, ਇੱਥੇ ਹੀ ਮੈਂ ਖੜਾ, ਮੇਰਾ ਸਫ਼ਰ ਗਿਆ ਕਿੱਧਰ ਹੈ? ਜਿਹੜਾ ਮੈਂ ਸਫ਼ਰ ਕੀਤਾ ਉਹ ਕਿੱਧਰ ਗਿਆ ਹੈਗਾ? ਇਹ ਹਾਲਤ ਸਾਡੀ ਹੈ। ਅਸੀਂ ਜਿੰਨਾ ਮਰਜ਼ੀ ਸਫ਼ਰ ਕਰੀਏ, ਜਦੋਂ ਅਸੀਂ ਇਹ ਕੰਮ ਕਰਾਂਗੇ ਤਾਂ ਸਾਡਾ ਸਫ਼ਰ ਸਾਰਾ ਹੀ ਖਤਮ ਹੋ ਜਾਏਗਾ। ਤੇਲੀ ਦੇ ਢੱਗੇ ਵਾਂਗਰ ਸਾਡੇ ਪੱਲੇ ਕੁਛ ਨਹੀਂ ਰਹੇਗਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਹੈ, ਇੱਕ ਤੇਲੀ ਦੇ ਢੱਗੇ ਦੀ ਮਿਸਾਲ ਦੇ ਰਹੇ ਹੈ ਕਿ ਉਹ ਵੀ ਪਛਤਾਉਂਦਾ ਹੈ ਜਦ ਉੱਥੇ ਖੜਾ ਕੀਤਾ ਜਾਂਦਾ ਹੈ। ਉਹ ਪਛਤਾਉਂਦਾ ਹੈ ਕਿ ਮੈਂ ਸਾਰੀ ਰਾਤ ਤੁਰਦਿਆਂ ਹੋਇਆ ਅਤੇ ਮੇਰਾ ਸਫ਼ਰ ਗਿਆ ਕਿੱਧਰ ਹੈ? ਇਸੇ ਤਰ੍ਹਾਂ ਇਹ ਵੀ ਆਖਰ ਪਛਤਾਏਗਾ ਇਨਸਾਨ ਵੀ। ਹਾਂਜੀ। ਉਹ ਤੇਲੀ ਸੰਦਾ ਬਲਦ ਕਰ ਨਿਤ ਪਲ ਕੇ ਉਠ ਪ੍ਰਭ ਜੋਇਆ। ਹਰ ਵੇਖੇ ਸੁਣੇ ਨਿਤ ਸਭ ਕਛ ਤਦ ਕੁਛ ਗੁਜਾ ਨਾ ਹੋਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਉਹ ਪਰਮਾਤਮਾ ਜਿਹੜਾ ਹੈ ਉਹਨੂੰ ਅਸੀਂ ਕੀ ਸਮਝਦੇ ਹਾਂ? ਅੰਨਾ ਬੋਲਾ ਸਮਝਦੇ ਹਾਂ ਕਿ ਉਹ ਸਾਡੀਆਂ ਕਰਤੂਤਾਂ ਨੂੰ ਜਾਣਦਾ ਨਹੀਂ ਹੈ, ਉਹ ਸਾਨੂੰ ਦੇਖਦਾ ਨਹੀਂ ਹੈ। ਉਹ ਤਾਂ ਜ਼ਰੇ ਜ਼ਰੇ ਵਿੱਚ ਵਸ ਰਿਹਾ ਹੈ, ਉਹ ਸਭ ਕੁਝ ਦੇਖ ਰਿਹਾ ਹੈ। ਅਸੀਂ ਜੋ ਕੁਝ ਚੋਰੀ ਕਰਦੇ ਹਾਂ, ਕਿਹਦੇ ਕੋਲੋਂ ਅਸੀਂ ਚੋਰੀ ਕਰਦੇ ਹਾਂ? ਬਾਣੀ 'ਚ ਗੁਰੂ ਸਾਹਿਬ ਜੀ ਫਰਮਾ ਰਹੇ ਹਰ ਦੇਖ ਰਿਹਾ ਸਭ ਕੁਝ ਜੋ ਵੀ ਤੂੰ ਕਰ ਰਿਹਾ। ਕਿਆ ਉਹਦੇ ਕੋਲੋਂ ਕਿਹੜੀ ਗੁੱਝੀ ਚੀਜ਼ ਹੈ, ਕਿਹੜੀ ਲੁਕਾ ਕੇ ਅਸੀਂ ਕਰ ਸਕਦੇ ਹਾਂ? ਉਹਨੂੰ ਕਿਸੇ ਗਵਾਹ ਦੀ ਜ਼ਰੂਰਤ ਨਹੀਂ। ਉਹਨੇ ਸਾਡੇ ਕਰਮ ਦੇਖ ਕੇ ਉਹਨਾਂ ਸਾਡੇ ਖਿਲਾਫ ਡਾਇਰੈਕਟ ਫੈਸਲਾ ਕਰਨਾ। ਉਹਨੂੰ ਕਿਸੇ ਗਵਾਹ ਦੀ ਜ਼ਰੂਰਤ ਨਹੀਂ। ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਆ ਖੁਸ਼ ਖੁਸ਼ ਲਹਿੰਦਾ ਬਸਤ ਪਰਾਈ, ਦੇਖੇ ਸੁਣੇ ਤੇਰੇ ਨਾਲ ਖੁਦਾਈ। ਅਸੀਂ ਬਾਣੀ ਰੋਜ਼ ਸੁਣਦੇ ਹਾਂ, ਰੋਜ਼ ਪੜ੍ਹਦੇ ਹਾਂ, ਲੇਕਿਨ ਸਾਨੂੰ ਅਸਰ ਨਹੀਂ ਹੁੰਦਾ। ਗੁਰੂ ਸਾਹਿਬ ਜੀ ਫਰਮਾਉਂਦੇ ਆ ਤੂੰ ਪਰਾਈਆਂ ਚੀਜ਼ਾਂ ਨੂੰ ਖੁਸਦਾ ਹੈ, ਪਰਾਈਆਂ ਚੀਜ਼ਾਂ 'ਤੇ ਹਮਲੇ ਕਰਦਾ ਹੈ, ਆਪਣੀਆਂ ਬਣਾਉਂਦਾ ਹੈ। ਉਹ ਖੁਦਾ ਪਰਮਾਤਮਾ ਜਿਹੜਾ ਹੈ ਉਹ ਤੈਨੂੰ ਦੇਖ ਰਿਹਾ ਹੈ। ਉਹਨੂੰ ਕਿਸੇ ਗਵਾਹ ਦੀ ਜ਼ਰੂਰਤ ਨਹੀਂ ਹੈ। ਅਸੀਂ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਅਸੀਂ ਕਹਿੰਦੇ ਸਾਨੂੰ ਕਿਹੜਾ ਕੋਈ ਦੇਖ ਰਿਹਾ ਹੈਗਾ? ਉਹ ਕਿਹੜਾ ਤਾਂ ਨਹੀਂ ਕੋਈ ਦੇਖ ਰਿਹਾ, ਉਹ ਤਾਂ ਦੇਖ ਰਿਹਾ ਜਿਹਨੇ ਪੈਦਾ ਕੀਤਾ ਹੈ, ਜਿਹਨੇ ਸਾਰਾ ਸੰਸਾਰ ਬਣਾਇਆ, ਉਹ ਤਾਂ ਸਭ ਕੁਝ ਦੇਖ ਰਿਹਾ ਹੈ। ਹਾਂਜੀ। ਹਰ ਵੇਖੇ ਸੁਣੇ ਨਿਤ ਸਭ ਕੇਛ ਤਦ ਕੁਛ ਗੁਜਾ ਨਾ ਹੋਇਆ। ਜਿਹਾ ਬੀਜੇ ਸੋ ਲੁਣੇ ਜਿਹਾ ਪੂਰਬ ਕਿਨੇ ਬੋਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜੈਸਾ ਬੀਜ ਅਸੀਂ ਬੀਜਾਂਗੇ ਐਸਾ ਅਸੀਂ ਵੱਢਾਂਗੇ। ਬਾਹਰ ਤੁਸੀਂ ਖੇਤੀ ਦੀ ਮਿਸਾਲ ਲੈ ਲਓ, ਜਿਸ ਨੇ ਜੌਂ ਬੀਜਣੇ ਉਹਨੇ ਕਣਕ ਨਹੀਂ ਵੱਢਣੀ, ਉਸ ਨੇ ਜੌਂ ਹੀ ਵੱਢਣੇ ਹੈ। ਜੋ ਅਸੀਂ ਕਰਮ ਕਰਾਂਗੇ ਉਹਨਾਂ ਕਰਮਾਂ ਦਾ ਸਾਨੂੰ ਫਾਇਦਾ ਮਿਲੇਗਾ। ਜੇ ਅਸੀਂ ਕਰਮ ਕਰਾਂਗੇ ਤਾਂ ਅੱਛਾ ਫਾਇਦਾ ਮਿਲੇਗਾ, ਜੇ ਮਾੜੇ ਕਰਾਂਗੇ ਤਾਂ ਮਾੜਾ ਮਿਲੇਗਾ।
ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਆ, ਮੰਦੇ ਕੰਮੇ ਨਾਨਕਾ ਜਦ ਤੱਕ ਮੰਦੇ ਹਾਲ, ਚੰਗੇ ਕੰਮੇ ਨਾਨਕਾ ਉਸਤਤ ਕਰੇ ਜਹਾਨ। ਮੰਦੇ ਕੰਮਾਂ ਦਾ ਹਾਲ ਮੰਦਾ ਹੀ ਹੈ। 100 ਦਿਨ ਸਾਧ ਦਾ, ਇੱਕ ਦਿਨ 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ ਵੀ ਆ ਹੀ ਜਾਂਦਾ। ਇੱਕ ਦਿਨ ਉਹ ਫੜਿਆ ਹੀ ਜਾਂਦਾ ਹੈ, ਇੱਕ ਦਿਨ ਉਹਦੇ 'ਤੇ ਉਹ ਆ ਹੀ ਜਾਂਦਾ। ਮੁਸ਼ਕਿਲ ਦੀ ਘੜੀ ਜਿਹੜੀ ਹੈ, ਕਿੱਥੇ ਬਚ ਜਾਏਗਾ ਬੰਦਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ, जेहा बीजै सो लुणे, जेहा पूरब किने बोया, जिस कृपा करे प्रभ अपनी, तिस सतगुर के चरण धोया। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਿਹਾ ਹੈ, ਜਿਹਦੇ ਉੱਤੇ ਪ੍ਰਭੂ ਪਰਮਾਤਮਾ ਕਿਰਪਾ ਕਰੇਗਾ ਉਹ ਕਿਸੇ ਮਹਾਂਪੁਰਖਾਂ ਦਾ ਕਹਿਣਾ ਮੰਨੇਗਾ ਔਰ ਉਹਨਾਂ ਦੇ ਕਹਿਣੇ ਮੁਤਾਬਕ ਚਲੇਗਾ। ਇਹ ਵੀ ਉਸ ਮਾਲਕ ਦੀ ਅਪਾਰ ਕਿਰਪਾ ਹੋਏਗੀ। ਹੁਣ ਅਸੀਂ ਇਹਦੇ ਬਾਰੇ ਵੀ ਸੋਚਣਾ ਹੈ। ਬਹੁਤ ਸਾਰੇ ਲੋਕ ਇੱਥੇ ਵੀ ਆ ਕੇ ਰਹਿ ਜਾਂਦੇ ਹੈ ਕਿ ਪਰਮਾਤਮਾ ਦੀ ਕਿਰਪਾ ਹੋਏਗੀ ਤੇ ਅਸੀਂ ਕਰਾਂਗੇ। ਪਿੱਛੇ ਲਫ਼ਜ਼ ਵਿੱਚ ਜੋ ਕਿਹਾ ਹੈ ਕਿ ਜੈਸਾ ਬੀਜ ਤੂੰ ਬੀਜੇਗਾ ਤੈਸਾ ਵੱਢੇਗਾ। ਜੈਸਾ ਅਸੀਂ ਕਰਮ ਕਰਾਂਗੇ ਪਰਮਾਤਮਾ ਨੇ ਉਸੇ ਤਰ੍ਹਾਂ ਦਾ ਸਾਨੂੰ ਫਲ ਦੇਣਾ ਹੈ। ਸਾਡੇ ਉੱਤੇ ਦਇਆ ਉਸੇ ਤਰ੍ਹਾਂ ਦੀ ਕਰਨੀ ਹੈ। ਜੇ ਅਸੀਂ ਉਸ ਰਸਤੇ ਚੱਲਦੇ ਹੀ ਨਹੀਂ ਤਾਂ ਸਾਡੇ 'ਤੇ ਦਇਆ ਕੀ ਕਰੇਗਾ। ਜਦੋਂ ਅਸੀਂ ਉਸ ਰਸਤੇ ਤੁਰਾਂਗੇ ਉਹ ਮਾਲਕ ਜ਼ਰੂਰ ਸਾਡੇ 'ਤੇ ਦਇਆ ਕਰੇਗਾ। ਕਈ ਵਾਰ ਹਜ਼ੂਰ ਜ਼ਿਮੀਂਦਾਰ ਦੀ ਮਿਸਾਲ ਦਿੰਦੇ ਹੁੰਦੇ ਸੀ। ਘਰ ਦੱਸ ਕੇ ਜਿਹੜਾ ਬੰਦਾ ਜਾਂਦਾ ਹੈ ਕਿ ਮੈਂ ਫਲਾਣੇ ਖੇਤ ਵਿੱਚ ਚੱਲਿਆ ਕੰਮ ਕਰਨ ਵਾਸਤੇ, ਤਾਂ ਘਰਦਿਆਂ ਨੂੰ ਉਸੇ ਵਕਤ ਹੀ ਫਿਕਰ ਪੈ ਜਾਂਦਾ ਕਿ ਇਹਦੇ ਵਾਸਤੇ ਰੋਟੀ ਪਾਣੀ ਲੈਣਾ ਹੈਗਾ। ਜਿਹੜਾ ਬੰਦਾ ਦੱਸ ਕੇ ਨਹੀਂ ਜਾਂਦਾ ਉਹਦੇ ਪਿੱਛੇ ਵੀ ਕੋਈ ਜਾਂਦਾ ਰੋਟੀ ਲੈ ਕੇ, ਚਾਹੇ ਉਹ ਬੜਾ ਕੰਮ ਕਰਦਾ ਹੈ ਚਾਹੇ ਥੋੜ੍ਹਾ ਕਰਦਾ ਹੈ। ਇਸੇ ਤਰ੍ਹਾਂ ਅਗਰ ਅਸੀਂ ਸਤਿਗੁਰ ਦੇ ਕਹਿਣੇ ਮੁਤਾਬਕ ਅਸੀਂ ਉਸ ਲਾਈਨ 'ਤੇ ਚੱਲਦੇ ਚਲਾਂਗੇ ਤੇ ਸਾਡੇ ਮਾਲਕ ਨੂੰ ਜ਼ਰੂਰ ਫਿਕਰ ਹੋਏਗਾ। ਸਾਡੇ ਮਾਲਕ ਨੂੰ ਫਿਕਰ ਹੋਏਗਾ। ਅਗਰ ਅਸੀਂ ਉਸ ਲਾਈਨ 'ਤੇ ਚੱਲਦੇ ਹੀ ਨਹੀਂ ਤਾਂ ਸਾਡੇ ਮਾਲਕ ਨੂੰ ਕੀ ਫਿਕਰ ਹੋਏਗਾ। ਉਹਨੂੰ ਵੀ ਕੀ ਫਿਕਰ ਹੈ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ ਕਿ ਉਸ ਮਾਲਕ ਦੀ ਬੜੀ ਅਪਾਰ ਕਿਰਪਾ ਹੋਏਗੀ ਤੇ ਉਹ ਕਿਸੇ ਮਹਾਂਪੁਰਖਾਂ ਦਾ ਕਹਿਣਾ ਮੰਨੇਗਾ ਔਰ ਉਸ ਲਾਈਨ 'ਤੇ ਚੱਲਣ ਦੀ ਕੋਸ਼ਿਸ਼ ਕਰੇਗਾ। ਹਾਂਜੀ, जिस कृपा करे प्रभ अपनी, तिस सतगुर के चरण धोया। गुर सतगुर पिछे तर गया, ज्यों लोहा काठ संगोया। ਗੁਰੂ ਸਾਹਿਬ ਜੀ ਬਾਹਰ ਦੀਆਂ ਮਿਸਾਲਾਂ ਦੇ ਕੇ ਸਾਨੂੰ ਸਮਝਾ ਰਹੇ ਹੈ ਕਿ ਅਸੀਂ ਇਕੱਲੇ ਨਹੀਂ ਤਰ ਸਕਦੇ, ਇਕੱਲੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਤੁਸੀਂ ਲੋਹੇ ਨੂੰ ਇੱਕ ਤੋਲੇ ਨੂੰ ਪਾਣੀ ਵਿੱਚ ਸੁੱਟ ਦਿਓ, ਉਹ ਤਰ ਨਹੀਂ ਸਕਦਾ। ਪਰ ਜਾਓ ਤੁਸੀਂ ਜਹਾਜ਼ਾਂ ਨੂੰ ਦੇਖੋ, ਹਜ਼ਾਰਾਂ ਮਣੇ ਦੇ ਲੋਹ ਲੱਗੇ ਹੁੰਦੇ ਹੈ, ਨਾਲ ਲੱਕੜ ਲੱਗੀ ਹੁੰਦੀ ਹੈ, ਲੋਹਾ ਵੀ ਤਰ ਜਾਂਦਾ ਹੈ। ਉਹਦੇ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਵੀ ਸਤਿਗੁਰ ਦੇ ਚਰਨਾਂ ਵਿੱਚ ਜਾ ਕੇ ਔਰ ਉਹਨਾਂ ਦਾ ਕਹਿਣਾ ਮੰਨ ਕੇ ਭਜਨ ਸਿਮਰਨ ਕਰਾਂਗੇ। ਉਹਨਾਂ ਦੀ ਸਪੋਰਟ ਨਾਲ ਅਸੀਂ ਵੀ ਤਰ ਸਕਦੇ ਹਾਂ, ਉਹਨਾਂ ਦੀ ਮਦਦ ਨਾਲ ਅਸੀਂ ਤਰ ਸਕਦੇ ਹਾਂ। ਜੇ ਅਸੀਂ ਕਹੀਏ ਇਕੱਲੇ ਤਰ ਸਕਦੇ ਹਾਂ ਤਾਂ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ। ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰਨਾ ਹੈਗਾ, ਕਿਸ ਕੰਮ ਨਾਲ ਸਾਡੀ ਕਲਿਆਣ ਹੋਣੀ ਹੈ, ਕਿਹੜਾ ਕੰਮ ਅਸੀਂ ਕਰੀਏ, ਇਹ ਸਾਨੂੰ ਸਮਝ ਹੀ ਨਹੀਂ। ਇਹ ਸਾਨੂੰ ਸੈਂਤ ਦੱਸਦੇ ਆ ਵੀ ਭਾਈ ਇਸ ਰਾਹ ਚਲੋ, ਆਹ ਕੰਮ ਕਰੋ।
ਉਹ ਸਾਨੂੰ ਤਰੀਕੇ ਦੱਸਦੇ ਹੈ। ਮਹਾਰਾਜ ਤੀਸਰੀ ਪਾਤਸ਼ਾਹੀ ਪਹਿਲੀ ਬਸਤਾ ਦੇ ਵਿੱਚ ਉਹਨਾਂ ਦੁਨੀਆ ਦੇ ਸਾਰੇ ਕੰਮ ਕੀਤੇ। 22 ਵਾਰ ਤੀਰਥ ਯਾਤਰਾ ਕੀਤੀ, ਜਗਮੋਸ਼ੇ ਵੀ ਕੀਤੇ, ਹੋਰ ਵੀ ਕਰਮ ਕਰਦੇ ਰਹੇ, ਲੇਕਿਨ ਕੋਈ ਸਮਝ ਨਹੀਂ ਆਈ, ਕੁਛ ਨਹੀਂ ਬਣਿਆ। ਜਦ ਮੁਰਸ਼ਿਦ ਦੇ ਪਾਸ ਆਏ, ਫਿਰ ਮੁਰਸ਼ਿਦ ਨੇ ਦੱਸਿਆ ਵੀ ਆਹ ਕੰਮ ਕਰ। ਅੱਗੇ ਤੂੰ ਤੀਰਥਾਂ ਦਾ ਇਸ਼ਨਾਨ ਕਰਦਾ ਸੀ, ਹੁਣ ਤੀਰਥਾਂ ਤੋਂ ਪਾਣੀ ਲਿਆ ਕੇ ਸਾਨੂੰ ਇਸ਼ਨਾਨ ਕਰਾਇਆ ਕਰ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਸੰਤ ਮਤਾ ਜਿਹੜਾ ਹੈ ਇਹਦਾ ਉਲਟਾ ਹੀ ਪੇਚ ਹੈ। ਜੇ ਸਮਝ ਆ ਜਾਏ ਤਾਂ ਬਹੁਤ ਜਲਦੀ ਤੋਂ ਜਲਦੀ ਇਹ ਕਾਮਯਾਬ ਹੋ ਸਕਦਾ ਹੈ, ਅਤੇ ਜੇ ਨਾ ਸਮਝ ਆਵੇ ਤਾਂ ਫਿਰ ਸਾਰੀ ਉਮਰ ਭਾਵੇਂ ਲੱਗਾ ਰਹੇ। ਕੋਈ ਵੀ ਪੇਜ ਹੈ ਜੇ ਸਿੱਧਾ ਦੰਦਾ ਪੈ ਜਾਏ ਤਾਂ ਜਲਦੀ ਫਿੱਟ ਹੋ ਜਾਂਦਾ ਹੈ, ਜੇ ਨਾ ਤਾਂ ਭਾਵੇਂ ਸਾਰੀ ਦਿਨ ਲੱਗਾ ਰਹੇ। ਦੇਖੋ ਕਿੱਥੇ ਇੱਕ ਪਾਣੀ ਲਿਆ ਕੇ ਇਸ਼ਨਾਨ ਕਰਾਉਣਾ, ਇਸ਼ਨਾਨ ਕਿਸੇ ਨੇ ਕਰਨਾ, ਮੈਲ ਕਿਸੇ ਦੀ ਲੱਥਣੀ। ਇਸ਼ਨਾਨ ਗੁਰੂ ਸਾਹਿਬ ਜੀ ਕਰਦੇ ਸੀ ਅਤੇ ਮੈਲ ਉਹਨਾਂ ਦੀ, ਜਿਹੜਾ ਪਾਣੀ ਲਿਆਉਂਦੇ ਸੀ ਮੈਲ ਉਹਨਾਂ ਦੀ ਲੱਥਦੀ ਸੀ। ਅਤੇ 12 ਸਾਲ ਗੁਜ਼ਰੇ, ਕੁੜਮ ਕੁੜਮ ਦਾ ਪਾਣੀ ਲਿਆਵੇ, ਬੜਾ ਔਖਾ ਹੈ। 12 ਸਾਲ ਗੁਜ਼ਰੇ ਔਰ ਕੋਈ ਨਾਗਾ ਨਹੀਂ ਵਿੱਚ ਪਾਇਆ। ਸੰਤਾਂ ਦੀ ਮੌਜ ਆਉਂਦੀ ਹੈ, ਹਨੇਰੀ ਚੱਲੀ, ਮੀਂਹ ਚੱਲਿਆ, ਜਲਾਈ ਦੀ ਖੱਡੀ 'ਚ ਡਿੱਗ ਪਏ। ਆਵਾਜ਼ ਆਈ ਕਿ ਅੰਦਰੋਂ ਜਲਾਏ ਪੁੱਛਿਆ ਤੂੰ ਕੌਣ ਹੈ? ਤੋ ਜਲਾਈ ਨੇ ਕਿਹਾ ਇਹ ਅੰਬਰੂ ਨਥਾਇਆ ਹੋਣਾ ਇਸ ਵੇਲੇ, ਹੋਰ ਕੌਣ ਹੈਗਾ? ਜਿਹਨੂੰ ਕੋਈ ਥਾਂ ਨਹੀਂ, ਇਹ ਤੁਰਿਆ ਹੀ ਰਹਿੰਦਾ ਹੈਗਾ। ਜਦੋਂ ਗੁਰੂ ਸਾਹਿਬ ਦੇ ਪਾਸ ਗਿਆ, ਉਹਨਾਂ ਗੱਲ ਨਾਲ ਲਾ ਲਿਆ, ਨਥਾਇਆਂ ਦਾ ਥਾਂ, ਨਿਉਲਟਿਆਂ ਦੀ ਨੋਟ, ਨਿਆਸਰਿਆਂ ਦਾ ਆਸਰਾ। ਗੁਰਗੱਦੀ ਵੀ ਉਹਨਾਂ ਨੂੰ ਦੇ ਦਿੱਤੀ ਔਰ ਸਾਧ ਸੰਗਤ ਦੀ ਸੇਵਾ ਵੀ ਬਖਸ਼ ਦਿੱਤੀ। 12 ਸਾਲ ਲੱਗੇ ਸਿਰਫ ਸਫਾਈ ਕਰਨ ਵਾਸਤੇ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਸਾਨੂੰ ਕੀ ਪਤਾ ਅਸੀਂ ਕੀ ਕਰੀਏ? ਅਸੀਂ ਆਪਣੇ ਵੱਲੋਂ ਸਾਰੇ ਹੀ ਲੋਕ, ਸਾਰੀ ਦੁਨੀਆ ਅਸੀਂ ਰੱਬ ਦਾ ਨਾਮ ਜਪੀ ਜਾਂਦੇ ਹਾਂ, ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਢੰਗ ਨਾਲ। ਕੀ ਪਤਾ ਕਿਸ ਤਰ੍ਹਾਂ ਅਸੀਂ ਜਪਣਾ ਹੈਗਾ, ਕੀ ਤਰੀਕਾ ਕਰਨਾ ਹੈਗਾ। ਬਾਣੀ 'ਚ ਲਿਖਿਆ ਰਾਮ ਪੜ੍ਹੋ ਮਨ ਕਰੋ ਵਿਚਾਰਾ। ਸਿਰਫ ਰਾਮ ਰਾਮ ਨਹੀਂ ਕਰੋ, ਥੋੜ੍ਹੀ ਵਿਚਾਰ ਵੀ ਕਰੋ ਕਿ ਰਾਮ ਰਾਮ ਜਪਦਿਆਂ ਦੇ ਤੁਹਾਨੂੰ ਉਮਰ ਲੰਘ ਗਈ ਹੈ, ਕੋਈ ਵਿਚਾਰ ਵੀ ਕੀਤੀ ਹੈ, ਰਾਮ ਵੀ ਆਇਆ। ਉਹ ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੁਸ਼ਮਣ ਬੈਠੇ ਹੈ, ਕੋਈ ਫਰਕ ਪਿਆ ਹੈ? ਸਾਡੇ ਕ੍ਰੋਧ ਵਿੱਚ ਫਰਕ ਪਿਆ ਹੈ, ਮੋਹ ਵਿੱਚ ਫਰਕ ਪਿਆ ਹੈ, ਲੋਭ ਵਿੱਚ ਫਰਕ ਪਿਆ ਹੈ? ਕਿਸੇ ਵਿੱਚ ਫਰਕ ਹੈ? ਜੇ ਕੋਈ ਫਰਕ ਨਹੀਂ ਪਿਆ ਤਾਂ ਫਿਰ ਰਾਮ ਦਾ ਕੋਈ ਫਾਇਦਾ ਨਹੀਂ, ਫਿਰ ਰਾਮ ਕਿਹਾ ਹੀ ਨਹੀਂ। ਸੰਤ ਜਿਹੜੀ ਦਵਾਈ ਦਿੰਦੇ ਹੈ, ਜੋ ਤਰੀਕਾ ਦੱਸਦੇ ਹੈ, ਜਿਉਂ-ਜਿਉਂ ਸਿੱਖ ਨਾਮ ਜਪੇਗਾ, ਇਹਨਾਂ ਦੁਸ਼ਮਣਾਂ ਦੇ ਨਾਲ ਇਹਨਾਂ 'ਚੋਂ ਫਰਕ ਪਏਗਾ। ਹਰ ਚੀਜ਼ ਦਾ ਫਰਕ ਪਏਗਾ, ਹਰ ਚੀਜ਼ ਘਟਦੀ ਜਾਏਗੀ। ਇਹਦੀ ਹਰ ਚੀਜ਼ ਹੀ ਹਰ ਕਿਸਮ ਨਾਲ ਹੀ ਘਟਦੀ ਜਾਂਦੀ ਹੈ। ਕਿਉਂ? ਉਸ ਨਾਮ ਦੇ ਵਿੱਚ ਸ਼ਕਤੀ ਹੈ। ਇਹ ਮਨ ਪਿੰਗਲ ਪਿਆ ਪੀ ਹਰੀ ਨਾਮ ਪਰ। ਇਹੀ ਮਨ ਜਿਹੜਾ ਸਾਡਾ ਛਲਾਂਗਾ ਮਾਰਦਾ ਹੈ। ਜਦੋਂ ਵੀ ਅਸੀਂ ਅੱਖ ਮੀਟਦੇ ਹਾਂ, ਕਈ ਕੋ ਕਿਤੇ ਚਲਾ ਜਾਂਦਾ, ਬਗੈਰ ਪੁੱਛੇ ਮੰਗੇ ਹੀ ਦੌੜਦਾ ਫਿਰਦਾ ਹੈਗਾ। ਜਿਹੜੀ ਚੀਜ਼ ਨੂੰ ਦੇਖਿਆ ਨਹੀਂ ਸੁਣਿਆ ਉੱਥੇ ਪਹੁੰਚ ਜਾਂਦਾ ਹੈਗਾ। ਜਿਉਂ-ਜਿਉਂ ਸਿੱਖ ਨਾਮ ਜਪਦਾ ਹੈ, ਇਹ ਪਿੰਗਲਾ ਹੋ ਜਾਂਦਾ, ਫਿਰ ਲੱਤਾਂ ਬਾਹਾਂ ਟੁੱਟ ਜਾਂਦੀਆਂ। ਜਿਸ ਤਰ੍ਹਾਂ ਕਿਸੇ ਬੰਦੇ ਨੂੰ ਪਾਰਾ ਦੇ ਦਿਓ, ਉਹਦੀਆਂ ਲੱਤਾਂ ਬਾਹਾਂ ਜੁੜ ਜਾਂਦੀਆਂ ਨੇ। ਬਿਕਸੇ ਅੰਮ੍ਰਿਤ ਪਿਆ ਜਬ ਰਾਮ ਨਾਮ ਲਿਵ ਲੱਗੀ। ਉਹ ਸਾਡੇ ਅੰਦਰ ਜਿਹੜੀ ਵਿਖਿਆ ਹੈ, ਉਹੀ ਅੰਮ੍ਰਿਤ ਬਣ ਜਾਂਦੀ ਹੈ, ਉਹ ਬਦਲ ਜਾਂਦੀ, ਹਰ ਚੀਜ਼ ਬਦਲ ਜਾਂਦੀ ਹੈ। ਪਰ ਨਾਮ ਦੇ ਨਾਲ, ਗੱਲਾਂ ਬਾਤਾਂ ਦਾ ਮਜ਼ਮੂਨ ਨਹੀਂ। ਇਹ ਕਹੇ ਕਿ ਗੱਲਾਂ ਨਾਲ ਬਦਲ ਜਾਵੇ, ਤੇ ਨਹੀਂ, ਗੱਲਾਂ ਨਾਲ ਨਹੀਂ ਬਦਲ ਸਕਦੀ।
ਮਿਹਨਤ ਕਰਨਾ ਪੈਂਦੀ ਹੈ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਕੋਈ ਜਿੰਨਾ ਮਰਜ਼ੀ ਭੈੜਾ ਬੰਦਾ ਹੈ, ਚੰਗੇ ਬੰਦੇ ਦੀ ਸੰਗਤ ਕਰਦਾ ਹੈ ਤਾਂ ਆਸਤੇ ਆਸਤੇ ਉਹਦੇ ਵਿੱਚ ਚੰਗਿਆਈ ਆਉਣਾ ਸ਼ੁਰੂ ਹੋ ਜਾਂਦੀ ਹੈ, ਉਹਦੇ ਵਿੱਚ ਗੁਨਾਹ ਜਿਹੜੇ ਨੇ ਦੂਰ ਹੋਣਾ ਸ਼ੁਰੂ ਹੋ ਜਾਂਦੇ ਹੈ। ਉਹ ਵੀ ਇੱਕ ਦਿਨ ਚੰਗਾ ਬਣ ਜਾਂਦਾ, ਭਲਾ ਮਾਨਸ ਬਣ ਜਾਂਦਾ, ਸ਼ਰੀਫ ਬਣ ਜਾਂਦਾ ਹੈ। ਤੁਸੀਂ ਬਾਹਰ ਦਰਖਤਾਂ ਦੇ ਫਲਾਂ ਦਾ ਅੰਦਾਜ਼ਾ ਲਾਓ, ਉਹਨਾਂ ਵਿੱਚ ਮਠਿਆਸ ਕਿੱਦਾਂ ਆਉਂਦੀ ਹੈ। ਫਲ ਲੱਗਾ ਹੁੰਦਾ ਹੈ, ਕੋਈ ਵੀ ਫਲ ਹੈ, ਉਹਦੇ ਵਿੱਚ ਯਕਦਮ ਮਠਿਆਸ ਨਹੀਂ ਆ ਸਕਦੀ, ਟਾਈਮ ਲੱਗਦਾ ਹੈ। ਟਾਈਮ ਲੱਗਦਾ ਹੈ, ਆਸਤੇ ਆਸਤੇ ਉਸੇ ਦਰਖਤ ਦੇ ਨਾਲ ਜੁੜਿਆ ਰਹਿੰਦਾ ਹੈ ਔਰ ਉਹ ਮਿੱਠਾ ਹੋ ਜਾਂਦਾ ਹੈ। ਉਹ ਕਿਹੜੇ ਟੀਕੇ ਖੰਡ ਦੇ ਲੱਗਦੇ ਆ, ਉਸ ਨੂੰ ਉਹਦੀ ਕੜਵਤਨ ਜਾਂਦੀ ਰਹਿੰਦੀ ਹੈ ਔਰ ਉਹਦੇ ਅੰਦਰ ਮਠਿਆਸ ਆ ਜਾਂਦੀ ਹੈ। ਇਸੇ ਤਰ੍ਹਾਂ ਸਿੱਖ ਵੀ ਸਤਿਗੁਰ ਦੇ ਕਹਿਣੇ ਮੁਤਾਬਕ ਕੰਮ ਕਰਦਾ ਰਹੇ, ਵਿਚਾਰ ਨਾ ਕਰੇ, ਸੋਚਾਂ 'ਚ ਨਾ ਆਏ, ਕੁਝ ਸੋਚੇ ਹੀ ਨਾ। ਅਕਲ ਚਤਰਾਈ ਛੋੜ ਤੇਰੇ ਭਲੇ ਕੋ ਕਹੋ, स्वामी जी महाराज फरमाया। तू अपनी अकल ਨੂੰ ਛੱਡ ਦੇ, सतगुर ਦੀ अकल ਲੈ। जो सतगुर ਕਹਿੰਦਾ सो कर, तू करी जा तुरी जा, एक दिन तू अपने मजले मकसूद ते पहुँच जाएगा। हर चीज़ का टाइम है। असी फसल बीजते हैं, उसका भी कोई टाइम है, कोई पौधा लगाते हैं, उसका भी कोई टाइम है, फसल का फल देने का। हर चीज़ का कोई टाइम होता है। असी की करते हैं, मराशी की तरह, जिस तरह मराशी किते लंघिया मसीह के कोलों दी ते कुरान शरीफ पढ़ रहा सी मौलवी, ते कुरान दे विच आयत आई कि जिहड़े रब की इबादत करते हैं उन्हां ते रब का नूर आउंदा है। मराशी ने घर जाके मराशन नूं कहा कि मैं अज इबादत करनी है खुदा दी, ते तू देखी मेरे ते नूर आउंदा कि जां नहीं। पर एक दिन का कम नहीं है, पिछले अंदर चला गया। मुसलमाना च होंदा कि जे पानी ना मिले वुजू करने वास्ते तो जमीन ते हथ मार के दे मिट्टी नाल इदां मूँह नूं हत्थां नूं मल लैंदे है। अंदर किते पुट्ठा तवा पिया सी, उन्हें तवे दे उत्ते हथ मारे, मूँह नूं मल लिया, हत्थां नूं मल लिया। नमाज पढ़ी, नमाज पढ़ के जदों फारूक होया बाहर आया ते मराशन नूं कहंदा, मराशने देख मेरे ते रब दा नूर आया कि नहीं। हुण मराशन देख के बड़ी हैरान होई कि ये तो चंगा भला गया सी अंदर, ते की हो गया है। कहन लगी, मराशिया जे रब दा नूर है सफ़ेद जां लाल ते फिर ते नहीं आया, ते जे है काला ते फिर घटा बन के आ गया, फिर फर्क भी कोई नहीं रहा। साड़ी बंदगी वो है कि असी कहने जल्दी तो जल्दी साढ़े जो नूर आ जाए। भाई उस नूर के आने वास्ते कोई टाइम है, वो यकदम नहीं आ सकता। असी लगातार चले रहांगे। जिस तरह तुसी किसी पौधे की मिसाल लाओ, किसी पौधे को असी लगाते हैं, उसकी परवरिश करते हैं, पर जे कोई उसनों जानवर उतों खा जाता है तो उन्होंने फिर टाइम लगता है पौंगण का। इसी तरह असी भी भगती करते हैं, नाम जपते हैं, अगर साढ़े दिल च कोई भाव या गलत कोई आ जाता है तो साड़ा भी पौधा खाधा जाता है, उतों खाधा जाएगा। असी कई मील पीछे चले जावांगे, वो सफ़र साड़ा बहुत पीछे हो जाएगा, साड़ा सफ़र अगे नहीं होएगा। जिस तरह उस पौधे को पौंगरदियां टाइम लगता है, इस तरह मुड़ के सानू उस जगह ते आने वास्ते टाइम लगता है। इस वास्ते संत सानू जिहड़े नुकते दसदे आ, ये संत महापुरख जिन्हां नाम जपिया उही सानू दस सकदे आ, होर नहीं कोई दस सकता, और किसी नूं पता ही नहीं। जे पौधे दे उत्तों सिरे तो खा जाए, कोई बकरी खा जाती है, कोई पशु खा जाता है, तो तुसी जानते ही हो कि उस पौधे को मुड़ के पौंगण वास्ते कितना टाइम लगता है।
ਤੇ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਸਤ ਗਿਆ ਤੋ ਕਿਆ ਰਿਹਾ, ਸੀਲ ਗਿਆ ਸਭ ਝਾੜ, ਭਗਤੀ खेत कैसे बचे जब टूट गई है बाड़। ਇਸ ਦਾ ਕਿਹੜਾ ਉਹ ਪੌਦਾ ਖਾਧਾ ਜਾਣਾ ਹੈ, ਉਹ ਸਤ ਜਿਹੜਾ ਜਦੋਂ ਸਤ ਗਿਆ ਤੇ ਕੁਛ ਵੀ ਨਹੀਂ ਇਹਦੇ ਪੱਲੇ ਰਿਹਾ। ਫਿਰ ਉਹ ਭਗਤੀ ਖੇਤ ਜਿਹੜਾ ਉਹ ਚੋਰ ਖਾ ਗਏ, ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ। ਇਸ ਵਾਸਤੇ ਸੰਤ ਸਾਨੂੰ ਸਮਝਾਉਂਦੇ ਹੈ, ਬੜੇ ਤਰੀਕੇ ਨਾਲ ਸਾਨੂੰ ਸਮਝਾਉਂਦੇ ਹੈ ਕਿ ਭਾਈ ਜਰਾ ਧਿਆਨ ਰੱਖੋ ਆਪਣੇ ਆਪ ਤੇ। ਚਾਰ ਚਬੱਖੇ ਚੋਰ ਬੈਠੇ ਹੈ। ਇੱਕ ਫਕੀਰ ਨੇ ਬੜੀ ਸੋਹਣੀ ਗਜ਼ਲ ਕਹੀ ਹੈ, ਇਥੋਂ ਉੱਡ ਜਾ ਭੋਲਿਆ ਪੈਂਛੀਆ, ਲੈ ਤੂੰ ਆਪਣੀ ਜਾਨ ਬਚਾ, ਇੱਥੇ ਡਾਕੇ ਪੈਣ ਦੁਪਹਿਰ ਨੂੰ ਤੇਰਾ ਦੇਣਗੇ ਆਲੜਾ ਢਾ, ਇੱਥੇ ਘਰ ਘਰ ਫਾਈਆਂ ਗੱਡੀਆਂ ਤੈਨੂੰ ਦੇਣਗੇ ਫਾਇਲਾ। ਇੱਥੋਂ ਉੱਡ ਜਾ ਭੋਲਿਆ ਪੈਂਛੀਆ, ਲੈ ਤੂੰ ਆਪਣੀ ਜਾਨ ਬਚਾ। ਭੋਲਾ ਪੈਂਛੀ ਕਿਹੜਾ ਹੈ? ਸਾਡੇ ਆਤਮਾ ਜਿਹੜੀ ਹੈ, ਰੂਹ ਸਾਡੇ ਵਿੱਚ। ਦੁਪਹਿਰ ਕਿਹੜੀ ਹੈ? ਇਹਦੀ ਜੋਬਨ ਬਸਤਾ। ਡਾਕੇ ਕੌਣ ਮਾਰਦੇ ਆ? ਕਾਮ ਕ੍ਰੋਧ ਮੋਹ ਲੋਭ ਹੰਕਾਰ। ਇਹਦੇ ਸਰੀਰ ਆਲੜੇ ਨੂੰ ਤੁੰਬ ਦਿੰਦੇ ਹੈ। ਜਿੱਦਾਂ ਕਿਸੇ ਦੇ ਜਾਨਵਰ ਦੇ ਆਲੜੇ ਨੂੰ ਕੋਈ ਤੁੰਬ ਦਿੰਦਾ ਹੈ, ਖਰਾਬ ਕਰ ਦਿੰਦਾ ਹੈ, ਇਸੇ ਤਰ੍ਹਾਂ ਇਹਦਾ ਸਰੀਰ ਆਲੜਾ ਜਿਹੜਾ ਤੁੰਬਿਆ ਜਾਂਦਾ ਹੈ। ਔਰ ਕਿਸੇ ਪਾਸੇ ਵੀ ਇਹ ਮੂੰਹ ਕਰੇਗਾ ਉਧਰ ਹੀ ਇਹਦੇ ਵਾਸਤੇ ਫਾਈ ਲੱਗੀ ਹੋਵੇਗੀ। ਕੋਈ ਵੀ ਸਾਨੂੰ ਸੱਜਣ ਨਹੀਂ ਐਸਾ ਮਿਲਦਾ ਜਿਹੜਾ ਸਾਨੂੰ ਨਾਮ ਜਪਣ ਦੀ ਮਦਦ ਦੇਗਾ, ਕੋਈ ਸਾਨੂੰ ਪ੍ਰੇਰਨਾ ਦੇਗਾ, ਕੋਈ ਸਾਡੇ ਨਾਲ ਸੰਯੋਗ ਦੇ ਕਰੇਗਾ, ਕੋਈ ਵੀ ਤੂੰ ਨਾਮ ਜਪ, ਸਾਨੂੰ ਕੋਈ ਮਦਦ ਦੇਗਾ? ਬਿਲਕੁਲ ਕੋਈ ਨਹੀਂ। ਨਾ ਕੋਈ ਭੈਣ, ਨਾ ਭਰਾ, ਨਾ ਸੱਜਣ, ਨਾ ਮਿੱਤਰ, ਕੋਈ ਵੀ ਨਹੀਂ ਮਦਦ ਦੇ ਸਕਦਾ। ਗੁਰੂ ਨਾਨਕ ਦੇਵ ਜੀ ਕਿੱਡੀ ਵੱਡੀ ਹਸਤੀ ਹੋਈ ਹੈ, ਲੇਕਿਨ ਮਹਿਤੇ ਕਾਲੂ ਨੇ ਸਮਝਿਆ ਹੀ ਨਹੀਂ। ਲਾਲੂ ਉਹਨਾਂ ਦਾ ਚਾਚਾ, ਉਹਨਾਂ ਵੀ ਸਮਝਿਆ ਨਹੀਂ। ਸਿਰਫ ਇੱਕ ਬੇਬੇ ਨਾਨਕੀ ਨੇ ਉਹਨਾਂ ਨੂੰ ਸਮਝਿਆ ਸੀ, ਸੰਤ ਬਾਕੀ ਨਹੀਂ ਕਿਸੇ ਸਮਝਿਆ। ਬਾਕੀ ਗੁਰੂ ਸਾਹਿਬ ਜੀ ਨੇ ਫਰਮਾਇਆ ਬਾਣੀ ਦੇ ਵਿੱਚ ਕਿ ਚਾਰ ਨਾਤੇ ਜਿਹੜੇ ਸਾਧੂ ਦੇ ਰਹਿ ਜਾਂਦੇ ਹੈ। ਦਾਦਕੀਏ, ਨਾਨਕੀਏ, ਸੌਰੀਏ, ਲੰਗੋਟੀਏ ਯਾਰ। ਘਰ ਵਾਲੇ ਕਹਿੰਦੇ ਸਾਡਾ ਮੁੰਡਾ ਹੈ, ਨਾਨਕੀਏ ਕਹਿੰਦੇ ਦੋਤਰਾ ਹੈ, ਜਿਹੜੇ ਦੋਸਤ ਹੁੰਦੇ ਛੋਟੀ ਉਮਰ ਦੇ ਦੋਸਤ ਕਹਿੰਦੇ ਹੈ। ਇਸੇ ਤਰ੍ਹਾਂ ਹੀ ਉਹ ਵੱਖਰੇ ਵੱਖਰੇ ਨਾਤੇ ਸਮਝ ਲੈਂਦੇ ਹੈ, ਸਾਧੂ ਨਹੀਂ ਸਮਝਦੇ, ਉਹ ਰਹਿ ਜਾਂਦੇ ਹੈ। ਕੋਈ ਬਿਰਲਾ ਹੈ ਜੇ ਸਮਝੇ ਤੇ। ਜਿੱਦਾਂ ਗੁਰੂ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਗੁਰੂ ਨਾਨਕ ਦੇਵ ਨੇ ਕਿ ਚਾਰ ਨਾਤੇ ਜਿਹੜੇ ਹੈ ਇਹਨਾਂ 'ਚ ਵਿਸ਼ਵਾਸ ਨਹੀਂ, ਇਤਬਾਰ ਨਹੀਂ ਆਉਂਦਾ, ਨਾ ਇਹ ਸਮਝਦੇ ਹੈਗੇ, ਇਹ ਰਹਿ ਜਾਂਦੇ ਹੈਗੇ। ਔਰ ਹੈ ਵੀ ਠੀਕ ਹੈ। ਜਦੋਂ 20 ਰੁਪਈਏ ਦਿੱਤੇ ਹੈ ਗੁਰੂ ਨਾਨਕ ਦੇਵ ਨੂੰ ਕਿ ਜਾ ਕੋਈ ਖਰਾ ਸੌਦਾ ਕਰਕੇ ਆ, ਕਿਉਂਕਿ ਦਾਸ ਰਹਿੰਦੇ ਸੀ, ਕੰਮ ਕੋਈ ਕਰਦੇ ਨਹੀਂ ਸਨ। ਬਾਹਰ ਦੇਖਿਆ ਸਾਧੂ ਬੈਠੇ ਸੀ, ਕਮਾਈ ਵਾਲੇ ਸਾਧੂ ਸਨ। ਸੋਚਿਆ ਦਿਲ ਦੇ ਵਿੱਚ ਕਿ ਜੇ ਇਹਨਾਂ ਨੂੰ ਅੰਨ ਪਾਣੀ ਲਿਆ ਕੇ ਖਵਾ ਦਈਏ, ਇਹਦੇ ਨਾਲੋਂ ਹੋਰ ਖਰਾ ਸੌਦਾ ਕਿਹੜਾ ਹੈ। ਬਾਜ਼ਾਰੋਂ ਲੈ ਕੇ ਅੰਨ ਪਾਣੀ ਉਹਨਾਂ ਨੂੰ ਖਵਾ ਦਿੱਤਾ, ਆਪ ਘਰ ਆ ਗਏ। ਮੈਂ ਤੇ ਕਾਲੂ ਨੇ ਚਪੇੜਾਂ ਮਾਰੀਆਂ, ਜੋ ਕੁਝ ਕਹਿਣਾ ਸੀ ਕਿਹਾ ਕਿ ਤੂੰ ਰੁਪਈਏ ਹੀ ਬਰਬਾਦ ਕਰ ਆਇਆ। ਲੇਕਿਨ ਉਹਨਾਂ ਜੋ ਖਰਾ ਸੌਦਾ ਕਰਨਾ ਸੀ ਕੀਤਾ। ਇਸੇ ਤਰ੍ਹਾਂ ਨਾਮਦੇਵ ਜੀ ਮਹਾਰਾਜ ਉਦਾਸ ਰਹਿੰਦੇ ਸਨ ਤੇ ਘਰਦਿਆਂ ਨੇ ਕਿਹਾ ਕਿ ਤੁਸੀਂ ਕੋਈ ਕੰਮ ਨਹੀਂ ਕਰਦੇ, ਤੁਸੀਂ ਕੱਪੜਾ ਕਿਸੇ ਨੂੰ ਉਧਾਰਾ ਹੀ ਦੇ ਆਓ। ਕਹਿਣ ਲੱਗੇ ਚਲੋ। ਕੱਪੜਿਆਂ ਦੀ ਪੰਡ ਪਾਈ, ਕਿਸੇ ਖਾਡੇ 'ਚ ਚਲਾ ਗਏ। ਇੱਕ ਇੱਕ ਪੱਥਰ ਤੇ ਇੱਕ ਇੱਕ ਕੱਪੜਾ ਰੱਖ ਦਿੱਤਾ। ਸਾਰੇ ਕੱਪੜੇ ਪੱਥਰਾਂ ਦੇ ਉੱਤੇ ਰੇੜ ਦਿੱਤੇ ਤੇ ਇੱਕ ਪੱਥਰ ਪਾ ਕੇ ਤਾਂ ਲੈ ਕੇ ਆ ਗਏ ਘਰ। ਲੋਕਾਂ ਨੇ ਆ ਕੇ ਦੱਸਿਆ ਉਹਨਾਂ ਦੇ ਮਾਤਾ ਪਿਤਾ ਨੂੰ ਕਿ ਇਹ ਤੇ ਕੱਪੜੇ ਸਾਰੇ ਲੋਕ ਚੁੱਕ ਕੇ ਲੈ ਗਏ ਨੇ, ਤੁਸੀਂ ਪੈਸੇ ਕਿਹਦੇ ਕੋਲੋਂ ਲੈਣੇ ਆ? ਤੁਸੀਂ ਪੈਸੇ ਕਿੱਥੋਂ ਲੈਣੇ ਆ? ਕੱਪੜੇ ਤੇ ਲੈ ਵੀ ਗਏ ਲੋਕ।
ਉਹ ਖੱਡ ਦੇ ਵਿੱਚ ਛੱਡ ਕੇ ਆਏ ਹੈ। ਨਾਮਦੇਵ ਤੂੰ ਕਿੱਥੇ ਕੱਪੜੇ ਦੇ ਆਇਆ? ਮੈਂ ਦੇ ਆਇਆ ਜੀ, ਜ਼ਮਾਨਤ ਲਿਆਂਦਾ ਹੈ, 8 ਦਿਨਾਂ ਨੂੰ ਉਹਨਾਂ ਨੇ ਕਿਹਾ ਪੈਸੇ ਦੇ ਦਿਆਂਗੇ ਅਸੀਂ। ਤੁਸੀਂ 8 ਦਿਨ ਦੇਖੋ, ਮੈਂ ਜ਼ਮਾਨਤ ਹੀ ਲਿਆਂਦਾ ਹੈਗਾ। ਪਾਪ ਪੱਕੇ ਦਾ ਪੱਥਰ ਲੈ ਕੇ ਚੁੱਕ ਕੇ। ਹੁਣ ਉਹ ਕਹਿਣ ਵੀ ਲੈਣੇ ਕਿਹਦੇ ਕੋਲੋਂ ਨੇ ਪੈਸੇ? ਕੱਪੜੇ ਤੇ ਲੋਕੀ ਲੈ ਗਏ ਹੈ ਤੇ ਪੈਸੇ ਕਿਹਨੇ ਦੇਣੇ ਹੈ? ਕਹਿੰਦੇ ਜੀ 8 ਦਿਨ ਤੁਸੀਂ ਦੇਖੋ, 8 ਦਿਨਾਂ ਨੂੰ ਅਸੀਂ ਹੁਣ ਬੋਲ ਕੀਤਾ ਮੇਰੇ ਨਾਲ, 8 ਦਿਨ ਦੇ ਪੈਸੇ ਦੇਣਗੇ। 8 ਦਿਨ ਜਲੇ ਹੋਏ, ਉਹ ਪਾਪ ਪੱਕੇ ਦਾ ਪੱਥਰ ਜਿਹੜਾ ਸੋਨੇ ਦਾ ਬਣ ਗਿਆ, ਸੋਨੇ ਦਾ ਬਣ ਗਿਆ। ਤੇ ਕਹਿਣ ਲੱਗੇ ਆਪਣੇ ਮਾਤਾ ਪਿਤਾ ਨੂੰ ਕਿ ਇਹਦੇ ਨਾਲੋਂ ਜਿੰਨੇ ਦੇ ਕੱਪੜੇ ਹੈਗੇ ਉਹਨਾਂ ਸੋਨਾ ਕੱਟ ਲਓ ਤੇ ਬਾਕੀ ਮੈਂ ਜ਼ਮਾਨਤੀ ਉੱਥੇ ਹੀ ਛੱਡਣ ਜਾਣਾ। ਫਿਰ ਜਿੰਨੇ ਦੇ ਤੁਹਾਡੇ ਕੱਪੜੇ ਇੰਨਾ ਕੱਟ ਲਓ ਇਹਦੇ ਨਾਲ। ਫਕੀਰ ਕੋਈ ਅੰਦਰੋਂ ਤਾਕਤ ਆਉਂਦੀ ਹੈ, ਅੰਦਰੋਂ ਹੋਮਦੇ ਗੁਣਾਂ ਦੇ ਸੈਂਤ ਗੁਥਲੇ ਗੱਲਾਂ ਕਰਦੇ ਨੇ, ਝਲਮ ਚੱਲੀਆਂ, ਉਹ ਹਲਬ ਲੱਲੀਆਂ ਗੱਲਾਂ ਕਰਦੇ ਨੇ ਜਿਹੜੀਆਂ ਕਿਸੇ ਦੁਨੀਆਦਾਰ ਨੂੰ ਸਮਝ ਵੀ ਨਹੀਂ ਆਉਂਦੀ, ਮਗਰ ਉਹਨਾਂ ਦੇ ਅੰਦਰ ਉਹ ਨਾਮ ਦੀ ਤਾਕਤ ਹੁੰਦੀ ਹੈ। ਇਹ ਰਿਸ਼ਤੇ ਜਿਹੜੇ ਆ ਗੁਰੂ ਸਾਹਿਬ ਜੀ ਫਰਮਾਉਂਦੇ ਸਭ ਰਿਸ਼ਤੇ ਰਹਿ ਜਾਂਦੇ ਆ। ਕੋਈ ਹੀ ਰਿਸ਼ਤਾ ਜਿਹੜਾ ਹੈ ਉਹੀ ਸਮਝਦਾ ਨਹੀਂ ਤਾਂ ਨਹੀਂ। ਹਾਂਜੀ, ਸਤਿਗੁਰ ਪਿਛੇ ਤਰ ਗਿਆ, ਜਿਉ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਗਰ ਤੂੰ ਸੁਖ ਲੈਣਾ ਹੈ ਤੇ ਭਾਈ ਨਾਮ ਦੇ ਵਿੱਚੋਂ ਮਿਲਣਾ ਹੈ, ਹੋਰ ਕਿਤੇ ਤੈਨੂੰ ਸੁਖ ਨਹੀਂ ਮਿਲ ਸਕਦਾ। ਹੋਰ ਅਸੀਂ ਦੁਨੀਆ ਦੀ ਮਿਸਾਲ ਲਾਓ, ਤੁਸੀਂ ਦੇਖੋ ਦੁਨੀਆ ਦੇ ਵਿੱਚ ਬੜੇ ਬੜੇ ਅਰਬਾਂ ਪਤੇ ਵਿਛੋਕਾਰ ਰਾਜੇ ਮਹਾਰਾਜੇ ਹੋਏ ਔਰ ਦੁਨੀਆਦਾਰ ਬੜੇ ਲੈਣ ਲਾਟ ਅਮੀਰ ਹੋਏ। ਕਿਸੇ ਨੂੰ ਪੁੱਛੋ ਤੁਸੀਂ ਸੁਖ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਸ਼ਹਿਰ ਦੇ ਵਿੱਚੋਂ ਲੰਘੇ ਤੇ ਮਰਦਾਨੇ ਨੇ ਕਿਹਾ, ਬਾਹਰ ਜਾ ਕੇ ਡੇਰਾ ਲਾ ਲਿਆ। ਮਰਦਾਨੇ ਨੇ ਕਿਹਾ, ਸੱਚੇ ਪਾਤਸ਼ਾਹ ਇਹ ਲੋਕ ਬੜੇ ਸੁਖੀ ਨੇ ਤੇ ਸੰਤਾਂ ਨੂੰ ਪਤਾ ਹੁੰਦਾ ਹੈ ਸਾਡੇ ਸੁੱਖ ਦਾ। ਬਾਹਰ ਜਾ ਕੇ ਡੇਰਾ ਲਾ ਲਿਆ। ਮਰਦਾਨੇ ਨੂੰ ਕਿਹਾ, ਮਰਦਾਨਿਆ ਜਾ ਕੋਈ ਆਪਣੇ ਸੁਖੀਆ ਦੇਖ ਕੇ ਲਿਆ, ਜਿਹਨੂੰ ਤੂੰ ਸੁਖੀਆ ਸਮਝਦਾ ਉਹਨੂੰ ਲਿਆ। ਮਰਦਾਨਾ ਸ਼ਹਿਰ ਵਿੱਚ ਆ ਗਿਆ। ਇੱਕ ਦੁਕਾਨਦਾਰ ਨੂੰ ਦੇਖਿਆ, ਨੌਕਰ ਚਾਕਰ ਕੰਮ ਕਰ ਰਹੇ ਸੀ, ਉਹ ਆਪਣੀ ਗੱਦੀ 'ਤੇ ਬੈਠਿਆ ਸੀ। ਕਹਿਣ ਲੱਗੇ, ਸ਼ਾਹ ਜੀ ਮੇਰੇ ਸਤਿਗੁਰੂ ਤੁਹਾਨੂੰ ਬੁਲਾਉਂਦੇ ਹੈ। ਪੁੱਛਿਆ ਕਿਉਂ ਬੁਲਾਉਂਦੇ ਹੈ? ਕਿ ਮੈਂ ਉਹਨਾਂ ਨੂੰ ਕਿਹਾ ਕਿ ਸ਼ਹਿਰ ਦੇ ਲੋਕ ਬੜੇ ਸੁਖੀਏ ਨੇ ਤੇ ਮੈਂ ਤੁਹਾਨੂੰ ਉਹਨਾਂ ਕਿਹਾ ਜਾਓ ਕੋਈ ਸੁਖੀਆ ਲਿਆ, ਮੈਂ ਤੁਹਾਨੂੰ ਸੁਖੀਆ ਸਮਝਿਆ। ਪਰ ਉਹ ਸਭ ਤੋਂ ਦੁਖੀਆ ਸੀ, ਉਹ ਸਭ ਤੋਂ ਜ਼ਿਆਦਾ ਦੁਖੀਆ ਸੀ। ਚਲਾ ਗਏ, ਗੁਰੂ ਸਾਹਿਬ ਦੇ ਪਾਸ ਜਾ ਕੇ ਬੈਠ ਗਏ। ਪੁੱਛਿਆ ਗੁਰੂ ਸਾਹਿਬ ਨੇ, ਸ਼ਾਹ ਜੀ ਕੀ ਤੁਸੀਂ ਸੁਖੀ ਹੋ? ਕਹਿੰਦਾ ਜੀ ਨਹੀਂ, ਮੇਰੇ ਵਰਗਾ ਸ਼ਾਇਦ ਦੁਨੀਆ 'ਚ ਕੋਈ ਦੁਖੀਆ ਹੋਵੇ ਜਾਂ ਨਾ। ਕਹਿਣ ਲੱਗੇ ਕੀ ਦੁੱਖ ਹੈ ਤੁਹਾਨੂੰ? ਮਰਦਾਨੇ ਦਾ ਪਰਮ ਗਵਾਣਾ ਸੀ। ਮਹਾਰਾਜ ਇੱਕ ਵਾਰ ਮੇਰੀ ਔਰਤ ਜਿਹੜੀ ਹੈ ਉਹ ਬਿਮਾਰ ਹੋ ਗਈ। ਜਦੋਂ ਬਿਮਾਰ ਹੋ ਗਈ ਮੈਂ ਉਹਦੇ ਮੂੰਹ ਵਿੱਚ ਰੋਣ ਲੱਗਾ। ਕਹਿਣ ਲੱਗੀ, ਸ਼ਾਹ ਜੀ ਤੁਹਾਡੇ ਪਾਸ ਮਾਇਆ ਬਹੁਤ ਹੈ, ਤੁਸੀਂ ਹੋਰ ਸ਼ਾਦੀ ਕਰ ਲੈਣੀ ਹੈ। ਮੈਂ ਉਸ ਨੂੰ ਕਿਹਾ ਕਿ ਨਹੀਂ, ਮੈਂ ਸ਼ਾਦੀ ਨਹੀਂ ਕਰਨੀ। ਉਸਨੇ ਕਿਹਾ ਕਿ ਮੈਨੂੰ ਕੀ ਗਰੰਟੀ ਹੈ? ਮਹਾਰਾਜ ਮੈਂ ਉਹਦੇ ਮੂੰਹ ਦੇ ਵਿੱਚ ਆਪਣੀ ਖੁਦਕਸ਼ੀ ਕਰ ਦਿੱਤੀ। ਉਹ ਮੇਰੀ ਔਰਤ ਨੌਜਵਾਨ ਸੀ, ਹੁੰਦੀ ਹੁੰਦੀ ਰਾਜੀ ਹੋ ਗਈ। ਮਹਾਂਪੁਰਖੋ ਹੁਣ ਤੁਰੀ ਫਿਰਦੀ ਹੈ ਮੇਰੇ ਨੌਕਰਾਂ ਚਾਕਰਾਂ ਨਾਲ
मैनू जमीन बेल नहीं दिंदी कि मैं किते लुक जावां। मैं इतना दुखी हाँ कि शायद इतना दुखी कोई होवे या ना होवे। मरदाने नूं कहा, मरदानिया ये तो तू सुखिया लियांदा है, तो जे दुखिया लैंगा फिर उहदे चों की निकलेगा। नानक दुखिया सब संसार, सो सुखिया जो नाम हुदार। मरदानिया इत्थे संसार दे विच कोई सुखिया नहीं जी। कौन सुखिया है? जो नाम जपदा है। जिहड़ा नाम जप लेगा वो के सुख ले लेगा, बाकी नहीं। बाकी सुख का नामो निशान ही नहीं है। कोई ना कोई दुख हर बंदे नूं लगा हुंदा है। हाँ जी। जन नानक नाम त्याए जप हर हर नाम सुख होया। कल भी दसिया सी ते रोज़ ही असी खाना खांदे हैं, गुस्सा नहीं करना चाहिए। जदों असी खाने तो नहीं अकदे, परौंठियां तो नहीं अकदे, चाह पीण तो नहीं अकदे, तो गलबात का भी गुस्सा नहीं करना चाहिए। कल भी दसिया सी कि अपने तो बड़े बजुर्गों का आदर मान करना साडा फर्ज है। असी किसी नूं सुख देंगे, असी सुख लैण दा कोई ना कोई सानू असी आशा रखांगे। जे सुख नहीं देंगे तो असी सुख की आशा रखना बहुत फजूल है। सन अपने तो बड़े बजुर्गों का आदर मान करना बहुत जरूरी है। बाकी जेड़े नशे पत्तियां का काम चलिया है दुनिया ते, अगे भी कई बार दसिया है कि बहुत सारे लोग नौजवान लड़के साढ़े देखदे ही मौत का शिकार हो चुके हैं उन्होंने चीज़ों के नाल। कोई शिकार होने वाले है, कुछ उस लैन च तुरन डे। ਇਹਦਾ भी परहेज रखना है। मनुष्य जन्म बारंबार नहीं मिलता, ये मिल चुका है। पौड़ी छुड़की हथ ना आवे आला जन्म गवाया। मनुष्य जन्म साडा जिहड़ा है एक बार चला गया, फिर मुड़ के नहीं सानू मिलना। एक शायर ने लिखिया है, जिहड़ा सुखन जबान तो निकल गया मुड़ के आउंदा बिच जबान नहीं। जिहड़ा तीर कमान चों निकल गया मुड़ के आउंदा बिच कमान नहीं। जिहड़ा साडे मूँह चों गल निकल जानी है, बाहर निकल जानी है, साडी जबान च नहीं आ सकती। जिहड़ा तीर कमान चों निकल जाता मुड़ के वो तीर लभदा नहीं है। इस वास्ते जिहड़ा वक्त साडा ये मनुष्य जन्म का समा है, ये मनुष्य जन्म साडा एवें चला जाएगा, मुड़ के सानू मिलना बहुत औखा है, नहीं मिलेगा। ਇਹਦੀ सेफ्टी वास्ते, ਇਹਦੀ तंदरुस्ती वास्ते, ਇਹਦੇ सुख वास्ते सानू विचार करनी चाहिए है कि असी की खाने खाने चाहिए है। क्या साढ़े शरीर के अंदर जो मशीनरी बनाई है परमात्मा ने, ये तुसी बाहरली मशीनरी का अंदाज़ा ला लो। तुसी किसी दरख्त दियां जड़ां वाल ध्यान दिओ, कुछ मोटियां भी होंदियां ते कुछ बरीक होंदियां ते कुछ धागे वर्गियां बरीक होंदियां ने। इसी तरह तुसी और किसी मशीनरी का हिसाब किताब लाओ, उहदे विच भी बड़ियां ते छोटियां नाड़ां होंदियां ने। ते इसी तरह साडा शरीर जिहड़ा है, इहदे विच भी जिहड़ी अंदर मशीनरी है ये बहुत ही नाजुक हैगी। ये नहीं सख्त नहीं कि असी जहरीले खाने खा के इनू कायम रख सकते हैं। ये बहुत नाजुक ने। सानू जो भी खाना खाना चाहिए है, पहले विचार करनी चाहिए है क्या कि साड़ी सेहत के मुताबिक सानू ये अच्छा रख सकती है या नहीं, साढ़े माफक हैगा या नहीं है। क्योंकि ये अपने आप का आपे ही प्रिंसीपल है, इसका पढ़ाने वाला कोई होर नहीं है। परमात्मा ने इसनूं सारी सूझबूझ दी है। परमात्मा ने सारी साइंस इसनूं बख्शी है, बाकी किसी जून नूं नहीं हैगी। ये घाटे वाधे च सोच सकता है। असी ये बारे भी सोचना है कि असी अपने शरीर नूं कायम रखना है तो किस तरीके नाल रख सकते हैं, किस खाने दे नाल रख सकते हैं। ऐसे भी खाने खाधे जाते हैं
ਜਿਨ੍ਹਾਂ ਦੇ ਨਾਲ ਬਿਮਾਰੀਆਂ ਲੱਗ ਜਾਂਦੀਆਂ ਨੇ, ਉਹ ਬਿਮਾਰੀਆਂ ਦਾ ਇਲਾਜ ਵੀ ਨਹੀਂ ਹੁੰਦਾ, ਡਾਕਟਰ ਵੀ ਜਵਾਬ ਦੇ ਦਿੰਦੇ ਹੈ। ਆਖਰ ਸਾਨੂੰ ਮੌਤ ਦੇ ਘਾਟ ਚੜ੍ਹਨਾ ਪੈਂਦਾ ਹੈ। ਇਸ ਵਾਸਤੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈ। ਅਖੀਰਾ ਰਾਜ ਸਵਾਮੀ ਸਾਰੇ।